ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਜਤਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। US ਇਮੀਗ੍ਰੇਸ਼ਨ ਐਂਡ ਪੋਲਿਟਿਕਸ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਇਸ ਪ੍ਰੋਗਰਾਮ ਵਿੱਚ ਜਿੱਥੇ ਅਸੀਂ US ਦੀ ਯਾਨੀ ਕਿ ਅਮਰੀਕਾ ਦੀਆਂ ਇਮੀਗ੍ਰੇਸ਼ਨ ਬਾਰੇ ਨਵੀਆਂ ਗੱਲਾਂ, ਨਵੇਂ ਰੂਲਸ, ਨਵੇਂ ਕੋਈ ਕਾਨੂੰਨ ਨਿਕਲਦੇ ਆ, ਉਹਦੇ ਬਾਰੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦੇ ਹਾਂ। ਇਸ ਤੋਂ ਇਲਾਵਾ ਸਥਾਨਕ ਰਾਜਨੀਤੀ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਸਾਡੀਆਂ ਹੁੰਦੀਆਂ ਇਸ ਇੰਟਰਵਿਊ ਵਿੱਚ। ਅਤੇ ਸਾਡੇ ਸਪੈਸ਼ਲਿਸਟ ਹੁੰਦੇ ਆ ਸਰਦਾਰ ਜਸਪ੍ਰੀਤ ਸਿੰਘ, ਬੜੇ ਉੱਘੇ ਵਕੀਲ ਆ, ਅਤੇ ਉਹਨਾਂ ਨਾਲ ਅੱਜ ਅਸੀਂ ਗੱਲਬਾਤ ਕਰਨ ਲਈ ਅਸੀਂ ਫਿਰ ਇੱਕ ਵਾਰੀ ਉਹਨਾਂ ਨੂੰ ਸਟੂਡੀਓ ਵਿੱਚ ਸੱਦਾ ਦਿੱਤਾ। ਤੁਹਾਡਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਰੰਧਾਵਾ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਸਾਰੀਆਂ ਗੱਲਾਂ ਅੱਜ ਆਪਾਂ ਸਾਂਝੀਆਂ ਕਰਨ ਜਾ ਰਹੇ ਹਾਂ ਜੀ। ਵੀਜ਼ਾ ਬੁਲੇਟਿਨ ਜਿਹੜਾ ਅਕਤੂਬਰ ਦਾ ਉਹ ਆ ਚੁੱਕਾ। ਬਾਰਡਰ ਦੇ ਤਾਜ਼ਾ ਹਾਲਾਤ ਬਾਰੇ ਆਪਾਂ ਗੱਲ ਕਰਾਂਗੇ, ਜਿਹੜੇ ਮੈਕਸੀਕੋ ਬਾਰਡਰ ਜਾਂ ਕੈਨੇਡਾ ਦਾ ਬਾਰਡਰ, ਉਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ। ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ, ਉਹਦਾ ਇਮੀਗ੍ਰੇਸ਼ਨ 'ਤੇ ਕੀ ਇੰਪੈਕਟ ਹੋਊਗਾ, ਉਹਦੇ ਬਾਰੇ ਵੀ ਆਪਾਂ ਆਪਣੇ ਦਰਸ਼ਕਾਂ ਨਾਲ ਗੱਲਾਂ ਸਾਂਝੀਆਂ ਕਰਾਂਗੇ। ਕੀ ਲੈ ਕੇ ਆਏ ਜੀ ਵੀਜ਼ਾ ਬੁਲੇਟਿਨ, ਤੁਹਾਡੇ ਕੋਲ ਕੀ ਅਪਡੇਟ ਆ ਜੀ ਉਹਦਾ? ਰੰਧਾਵਾ ਸਾਹਿਬ, ਵੀਜ਼ਾ ਬੁਲੇਟਿਨ ਤਾਂ ਆ ਗਿਆ ਅਕਤੂਬਰ ਦਾ, ਪਰ ਬੜੀ ਨਿਰਾਸ਼ਾ ਵਾਲੀ ਗੱਲ ਆ ਵੀ ਕੈਟੇਗਰੀਆਂ ਅੱਗੇ ਨਹੀਂ ਤੁਰੀਆਂ। ਅੱਛਾ ਜੀ। ਅਤੇ ਹੁਣ ਇਹ ਆ ਵੀ F4 ਕੈਟੇਗਰੀ ਅਜੇ ਵੀ ਉਹੀ ਆ। ਸਤੰਬਰ 5, 2015 F4 ਕੈਟੇਗਰੀ ਹੁੰਦੀ ਜਿਹੜੀ US ਸਿਟੀਜ਼ਨ ਦੇ ਭਰਾ ਭੈਣ ਆਪਣੇ ਬੱਚਿਆਂ ਦਾ ਅਪਲਾਈ ਕਰਦੇ ਆ, ਅਤੇ ਉਹਨਾਂ ਦੇ ਅਨਮੈਰਿਡ ਬੱਚੇ ਜਿਹੜੇ ਅੰਡਰ 21 ਆ। ਉਦੋਂ ਬਾਅਦ ਜਿਹੜੀ F3 ਕੈਟੇਗਰੀ ਆ, ਉਹਦੇ 'ਚ ਹੈਗਾ ਜੀ 22 ਨਵੰਬਰ 2008 F3 ਕੈਟੇਗਰੀ ਆ, ਜਿਹੜੇ ਸਿਟੀਜ਼ਨ ਪੇਰੈਂਟਸ ਆਪਣੇ ਮੈਰਿਡ ਬੱਚਿਆਂ ਦਾ ਅਪਲਾਈ ਕਰਦੇ ਆ। ਜਿਵੇਂ ਕੋਈ ਸਿਟੀਜ਼ਨ ਬਣ ਗਿਆ, ਉਹਦਾ ਬੱਚਾ ਮੈਰਿਡ ਆ, ਉਹਦਾ ਅਪਲਾਈ ਕਰ ਰਿਹਾ, ਉਹਦੇ ਜਾਂ ਆਪਣੇ ਪੋਤਿਆਂ ਦਾ ਪੋਤੀਆਂ ਦਾ, ਇੱਦਾਂ। ਅੱਛਾ ਜੀ। ਉਹਦੇ 'ਚ ਵੀ 22 ਨਵੰਬਰ 2008 ਹੈ। ਫਿਰ F2B ਕੈਟੇਗਰੀ ਹੁੰਦੀ ਆ, ਗ੍ਰੀਨ ਕਾਰਡ ਹੋਲਡਰ ਦੇ ਓਵਰ 21 ਜਿਹੜੇ ਅਨਮੈਰਿਡ ਬੱਚੇ ਆ। ਹੁਣ ਜਿਹੜਾ ਗ੍ਰੀਨ ਕਾਰਡ ਹੋਲਡਰ ਆ, ਉਹ ਸਿਰਫ ਅਨਮੈਰਿਡ ਬੱਚੇ ਨੂੰ ਕਰ ਸਕਦਾ। ਜਿਹੜਾ ਸਿਟੀਜ਼ਨ ਆ, ਉਹ ਅਨਮੈਰਿਡ ਨੂੰ ਵੀ ਕਰ ਸਕਦਾ, ਮੈਰਿਡ ਨੂੰ ਵੀ ਕਰ ਸਕਦਾ। ਇਹ ਫਰਕ ਆ। ਓਕੇ। ਉਹ ਕੈਟੇਗਰੀ ਚੱਲ ਰਿਹਾ ਜੀ 22 ਸਤੰਬਰ 2015। F2A ਕੈਟੇਗਰੀ ਹੈ, ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਜਿਹੜੇ ਥੋੜ੍ਹੇ ਬੱਚੇ, ਉਹ ਕਰੰਟ ਹੈ ਜੀ। F1 ਕੈਟੇਗਰੀ ਹੈਗੀ ਜਿਹੜੇ US ਸਿਟੀਜ਼ਨ ਦੇ ਜਿਹੜੇ ਓਵਰ 21 ਅਨਮੈਰਿਡ ਬੱਚੇ ਆ। ਇਹ ਚੱਲ ਰਿਹਾ ਜੀ 1 ਦਸੰਬਰ 2014। ਅਤੇ ਰੰਧਾਵਾ ਸਾਹਿਬ, ਜਿਹੜੀਆਂ ਡੇਟਾਂ 'ਤੇ NVC ਪੇਪਰ ਮੰਗ ਰਹੀ, ਕੋਈ ਨੈਸ਼ਨਲ ਵੀਜ਼ਾ ਸੈਂਟਰ ਆ, ਉਹ ਪਹਿਲਾਂ ਪੇਪਰ ਮੰਗਣੇ ਸ਼ੁਰੂ ਕਰ ਦਿੰਦਾ ਕਈ ਵਾਰੀ। ਉਹ 'ਚ F4 ਕੈਟੇਗਰੀ ਜਿਹੜੀ ਭਰਾ ਭੈਣ ਦੀ ਕੈਟੇਗਰੀ, ਉਹ ਹੈਗੀ ਜੀ 22 ਫਰਵਰੀ 2006। ਸੋ 6 ਦੇ ਪੇਪਰ ਮੰਗ ਰਹੇ ਆ, ਪਰ ਇਹ ਵੀ ਜ਼ਿਆਦਾ ਨਹੀਂ ਤੁਰੀ। ਪਿਛਲੇ ਮਤਲਬ ਮਹੀਨਾ ਡੇਢ ਮਹੀਨੇ ਦਾ ਫਰਕ ਪਿਆ। ਦੂਜੀਆਂ ਕੈਟੇਗਰੀਆਂ ਤਾਂ ਖਾਸ ਤੁਰੀਆਂ ਹੀ ਨਹੀਂ। ਉਹਦਾ ਜਿੱਥੇ ਅੱਜ ਤੋਂ 2 ਮਹੀਨੇ ਪਹਿਲਾਂ ਸੀ, ਉੱਥੇ ਅੱਜ ਖੜੀ ਆ। ਅਤੇ ਜਿਹੜੀ F3 ਕੈਟੇਗਰੀ ਆ, ਇੱਥੇ ਹੈਗੀ ਆ 8 ਨਵੰਬਰ 2009। F2B ਜਿਹੜੀ ਕੈਟੇਗਰੀ ਆ, ਉਹ 'ਚ 1 ਜਨਵਰੀ 2017 ਦੇ ਪੇਪਰ ਮੰਗ ਰਹੇ ਆ। ਉਹ F2A ਕਰੰਟ ਆ, ਕਹਿਣ ਨੂੰ ਕਰੰਟ ਆ, ਪਰ ਕਾਫੀ ਜ਼ਿਆਦਾ ਡਿਲੇ ਆ। ਜਿਹੜੀ F1 ਆ, ਉਹ 8 ਅਗਸਤ 2016 ਦੇ ਜਿਹੜੇ ਪੇਪਰ ਹੈਗੇ ਆ, ਉਹ ਮੰਗ ਰਹੇ ਆ। ਕਿਉਂਕਿ ਪੇਪਰ ਜਿਹੜੇ ਹੁੰਦੇ ਨੇ ਉਹਨਾਂ ਵਿੱਚ ਜਿਹੜੇ ਜਿਵੇਂ ਜਿਹੜੀਆਂ ਹੈਗੀਆਂ ਰਿਪੋਰਟਾਂ ਹੋ ਗਈਆਂ ਇੰਡੀਆ ਤੋਂ, ਜਿਵੇਂ ਜਿਹੜੇ ਹੈਗੇ ਆ ਪੁਲਿਸ ਕਲੀਅਰੈਂਸ ਰਿਪੋਰਟ ਹੋ ਗਈ, ਪਾਸਪੋਰਟ ਕਲੀਅਰੈਂਸ ਹੋ ਗਈ, ਫੋਟੋਆਂ ਹੋ ਗਈਆਂ, ਮੈਰਿਜ ਸਰਟੀਫਿਕੇਟ, ਬਰਥ ਸਰਟੀਫਿਕੇਟ, ਜਿਹਨੂੰ ਅਸੀਂ ਸਿਵਲ ਡਾਕੂਮੈਂਟ ਕਹਿੰਦੇ ਆ, ਨਾਲ ਐਫੀਡੇਵਿਟ ਆਫ ਸਪੋਰਟ ਹੋ ਗਿਆ। ਇੱਥੋਂ ਜਿਹੜੇ ਜ਼ਿੰਮੇਵਾਰੀ ਜਿਹੜੇ ਪੇਪਰ ਲੱਗਦੇ ਆ, ਜੀ ਉਹ ਸਾਰੇ ਅਸੀਂ ਉਹਦਾ ਟਾਈਮ ਤਕਰੀਬਨ ਜਿਹੜੇ ਡੇਟਾਂ 'ਚ ਹੁਣ ਵੀਜ਼ੇ ਦੇ ਰਹੇ ਆ, ਤੋਂ 8-9 ਮਹੀਨੇ ਦਾ ਫਰਕ ਹੁੰਦਾ। ਓਕੇ। ਪਰ ਹੈਰਾਨੀ ਵਾਲੀ ਗੱਲ ਤਾਂ ਇਹ ਆ ਵੀ ਪਿਛਲੇ ਕਈ ਮਹੀਨਿਆਂ ਤੋਂ ਕੋਈ ਕੈਟੇਗਰੀ ਜਿਹੜੀ ਆ, ਉਹ ਚੇਂਜ ਨਹੀਂ ਹੋ ਰਹੀ। ਜੀ। ਹੁਣ ਇਹ 'ਚ ਮੈਂ ਦੱਸਦਾ ਵੀ ਤੁਹਾਨੂੰ ਪਤਾ ਹੀ ਆ ਵੀ ਆਪਾਂ ਜਿਹੜੇ ਇੱਥੇ ਅਮਰੀਕਾ ਦੇ ਲੀਡਰਾਂ ਨੂੰ ਮਿਲਦੇ ਆ, ਅਤੇ ਪਿਛਲੇ ਮੇਰਾ ਖਿਆਲ ਆਹ ਸਾਲ ਦੇ ਵਿੱਚ ਹੀ ਪਤਾ ਨਹੀਂ ਕਿੰਨੇ ਕੁ ਅਸੀਂ ਲੀਡਰਾਂ ਨੂੰ ਮਿਲੇ ਆ, ਅਤੇ ਤੁਸੀਂ ਵੀ ਨਾਲ ਹੀ ਹੁੰਦੇ ਜ਼ਿਆਦਾਤਰ। ਅਤੇ ਉਹਦੇ 'ਚ ਅਸੀਂ ਜਿਹੜੇ US ਸੈਨੇਟਰਾਂ ਨੂੰ ਮਿਲੇ, ਆਪਾਂ ਕਾਂਗਰਸਮੈਨਾਂ ਨੂੰ ਮਿਲੇ, ਉਹਨਾਂ ਨੂੰ ਇਹ ਕਿਹਾ ਵੀ ਜਿਹੜੀ ਅੰਬੈਸੀ ਹੈਗੀ ਆ, ਉਹਨੂੰ ਬੰਬੇ ਤੋਂ ਸ਼ਿਫਟ ਕਰਕੇ ਦਿੱਲੀ ਲਿਆਓ। ਜੀ। ਕਿਉਂਕਿ ਜਿਹੜੀ ਇਹ ਅੰਬੈਸੀ ਬੰਬੇ ਗਈ ਆ ਮੁੰਬਈ 'ਚ, ਉਹਦੀ ਪ੍ਰੋਬਲਮ ਇਹ ਆ ਵੀ ਜਗ੍ਹਾ ਘੱਟ ਹੋਣ ਕਰਕੇ, ਅਤੇ ਇੱਕ ਨਾਲੇ ਉੱਥੇ ਇੰਟਰਵਿਊਆਂ ਬਹੁਤ ਘੱਟ ਆ। ਇਹ ਬੈਕਲੌਗ ਦਾ ਇੱਕ ਵੱਡਾ ਕਾਰਨ, ਜਿੱਥੇ ਕਿ ਜਿਹੜਾ ਇੱਕ ਵੱਡਾ ਕਾਰਨ ਕੋਵਿਡ ਹੈ, ਤੋਂ ਕੋਵਿਡ ਆਇਆ, ਨਾਲ ਉਹਦੇ ਟਰੰਪ ਸੀ, 2 ਕਾਰਨ ਇਕੱਠੇ ਹੋ ਗਏ। ਸੋ ਕੋਵਿਡ ਦਾ ਉਹਨੇ ਬਹਾਨਾ ਲੈ ਕੇ ਸਾਰੀ ਕੈਟੇਗਰੀਆਂ ਬੰਦ ਕਰਤੀਆਂ। ਜਦੋਂ ਉਹਨੇ ਬੰਦ ਕਰਤੀਆਂ, ਉਹਦੇ ਨਾਲ ਬੈਕਲੌਗ ਇਕੱਠਾ ਹੋ ਗਿਆ। ਉੱਤੋਂ ਅੰਬੈਸੀ ਜਿਹੜੀ ਆ, ਉਹ ਉਸ ਤੋਂ ਪਹਿਲਾਂ ਕੋਵਿਡ ਆਉਣ ਤੋਂ ਮੂਵ ਹੋ ਗਈ ਬੰਬੇ। ਜੀ। ਅਤੇ ਜਦੋਂ ਉੱਥੇ ਮੂਵ ਹੋ ਗਈ, ਅਤੇ ਉਹਦੇ ਨਾਲ ਕੀ ਹੋਇਆ ਵੀ ਉਹ ਹੋਰ ਜ਼ਿਆਦਾ ਸਲੋ ਹੋ ਗਿਆ। ਸੋ ਅਸੀਂ ਕੋਸ਼ਿਸ਼ ਜਿਹੜੀ ਅਸੀਂ ਇਹ ਸਰਕਾਰ ਨੂੰ ਕਹਿ ਰਹੇ ਹਾਂ, ਪਿਛਲੇ ਸਾਲ ਡੇਢ ਸਾਲ ਤੋਂ ਇਹ ਕਹਿ ਰਹੇ ਹਾਂ ਵੀ ਅੰਬੈਸੀ ਨੂੰ ਮੂਵ ਕਰਕੇ ਦਿੱਲੀ ਵਾਪਸ ਲੈ ਜਾਓ। ਪਿਛਲੇ 30-40 ਸਾਲ ਦਿੱਲੀ ਰਹੀ ਆ। ਓਕੇ। ਅਤੇ ਦਿੱਲੀ ਵੱਡੀ ਜਿਹੜੀ ਜਗ੍ਹਾ, ਨਾਲੇ ਪੰਜਾਬ ਵਾਲਿਆਂ ਨੂੰ, ਆਪਾਂ ਨੂੰ ਜਿਹੜੇ ਜ਼ਿਆਦਾ ਬੰਦੇ ਆਪਣੇ ਪੰਜਾਬ ਦੇ ਹੁੰਦੇ ਆ, ਉਹਨਾਂ ਨੂੰ ਦਿੱਲੀ ਨੇੜੇ ਪੈਂਦਾ ਬੰਬੇ ਜਾਣ ਨਾਲੋਂ। ਸੋ ਇਮੀਗ੍ਰੈਂਟ ਵੀਜ਼ੇ ਜੇ ਦਿੱਲੀ ਮਿਲ ਜਾਣ ਜ਼ਿਆਦਾ ਬੈਟਰ ਆ। ਉਹ ਜੇ ਹੋ ਜਾਂਦਾ ਤਾਂ ਉਹਦੇ ਨਾਲ ਕੈਟੇਗਰੀਆਂ ਫਾਸਟ ਹੋਣਗੀਆਂ। ਪਰ ਫਿਰ ਵੀ ਕੁੱਲ ਮਿਲਾ ਕੇ ਜਿਹੜਾ ਵੀਜ਼ਾ ਬੁਲੇਟਿਨ ਆ, ਇਹਦੇ ਵਿੱਚ ਸਾਰਿਆਂ ਨੂੰ ਇਸ ਗੱਲ ਦੀ ਬੜੀ ਜਿਹੜੀ ਹੈਗੀ ਨਿਰਾਸ਼ਾ ਹੋਈ ਆ ਵੀ ਕੈਟੇਗਰੀਆਂ ਨਹੀਂ ਤੁਰ ਰਹੀਆਂ।
ਉੱਥੇ ਹੀ ਖੜੀਆਂ ਨੇ। ਉਹਦੇ ਕਰਕੇ ਫਿਰ ਜਿਹੜੇ ਬੰਦੇ ਵਿਚਾਰੇ ਵੇਟ ਕਰ ਰਹੇ ਆ ਉਹਨਾਂ ਦਾ ਵੇਟਿੰਗ ਟਾਈਮ ਹੋਰ ਲੰਬਾ ਹੋ ਰਿਹਾ। ਜੀ ਜੀ ਬਿਲਕੁਲ। ਇਲੈਕਸ਼ਨਾਂ ਆਉਣ ਵਾਲੀਆਂ 8 ਨਵੰਬਰ ਨੂੰ ਪੂਰੇ ਅਮਰੀਕਾ ਵਿੱਚ ਵੱਖ-ਵੱਖ ਸੀਟਾਂ ਲਈ ਇਲੈਕਸ਼ਨਸ ਹੋਣ ਜਾ ਰਹੀਆਂ। ਕੁਛ ਦਿਨਾਂ 'ਚ ਯਾਨੀ 2-4 ਦਿਨਾਂ 'ਚ ਬੈਲਟ ਪੇਪਰ ਜਿਹੜੇ ਆ ਉਹ ਆਉਣੇ ਸ਼ੁਰੂ ਹੋ ਜਾਣੇ ਆ। ਇਸ ਵੇਲੇ ਜਿਹੜਾ ਪ੍ਰੈਜ਼ੀਡੈਂਟ ਆ ਉਹ ਡੈਮੋਕ੍ਰੇਟ ਪਾਰਟੀ ਨਾਲ ਰਿਲੇਟਡ ਆ। ਜਦੋਂ ਇੱਕ ਪਾਰਟੀ ਦਾ ਪ੍ਰੈਜ਼ੀਡੈਂਟ ਹੁੰਦਾ, ਕਿਸੇ ਦਾ ਵੀ ਹੋਵੇ, ਜੇ ਉਹਦੀ ਮੈਜੋਰਟੀ ਨਾ ਹੋਵੇ, ਕੀ ਉਹਦਾ ਕੋਈ ਇਮੀਗ੍ਰੇਸ਼ਨ 'ਤੇ ਇੰਪੈਕਟ ਪੈਂਦਾ? ਬਹੁਤ ਵੱਡਾ ਇੰਪੈਕਟ ਪੈਂਦਾ ਰੰਧਾਵਾ ਸਾਹਿਬ। ਇਮੀਗ੍ਰੇਸ਼ਨ ਜਿਹੜੀ ਆ ਉਹ ਕਿਉਂਕਿ ਇੱਕ ਜਿਹੜੀ US ਕਾਂਗਰਸ ਆ ਜੀ, ਮਤਲਬ ਜਿਹੜੀ ਪਾਰਲੀਮੈਂਟ ਕਹਿ ਲਓ ਅਮਰੀਕਾ ਦੀ, ਜਿਹਦੇ ਵਿੱਚ ਕਿ ਇੱਕ ਸੈਨੇਟ ਹੈ, ਇੱਕ ਹਾਊਸ ਆਫ ਰੈਪਰੈਜ਼ੈਂਟੇਟਿਵ ਹੈ, ਇਹਨਾਂ ਦੋਨਾਂ ਸਦਨਾਂ ਦਾ ਜਿਹੜਾ ਰਲ ਕੇ ਲਾਅ ਬਣਾਉਂਦੀਆਂ ਨੇ ਤੇ ਉਸ ਤੋਂ ਬਾਅਦ ਉਹ ਪ੍ਰੈਜ਼ੀਡੈਂਟ ਕੋਲ ਜਾਂਦਾ। ਹੁਣ US ਕਾਂਗਰਸ ਜਿਹੜੀ ਆ ਉਹ ਇਹ ਹੁਣ ਜਿਹੜੇ ਬਾਹਰਲੇ ਮੁਲਕ ਨੇ ਇੱਕ ਫ਼ਰਕ ਦੇਖਣ ਵਾਲੀ ਗੱਲ ਆ ਇੱਥੇ। ਜਿਹੜੀਆਂ ਤਾਂ ਕੰਟਰੀਜ਼ ਦੇ ਵਿੱਚ ਪਾਰਲੀਮੈਂਟਰੀ ਫਾਰਮ ਆਫ ਡੈਮੋਕ੍ਰੇਸੀ ਹੁੰਦੀ ਆ, ਜਿਵੇਂ ਇੰਗਲੈਂਡ 'ਚ ਆ ਜਾਂ ਕਹਿ ਲਓ ਕੈਨੇਡਾ 'ਚ ਵੀ ਆ ਜਾਂ ਇੰਡੀਆ 'ਚ ਆ, ਉੱਥੇ ਜਿਹੜੀ ਪਾਰਟੀ ਦਾ ਪ੍ਰਾਈਮ ਮਿਨਿਸਟਰ ਬਣਦਾ ਉਹਦੀ ਮੈਜੋਰਟੀ ਹੁੰਦੀ ਆ ਆਮ ਤੌਰ 'ਤੇ। ਉਹ ਫਿਰ ਬਿੱਲ ਕੋਈ ਵੀ ਪਾਸ ਕਰਾ ਸਕਦੇ ਆ। ਜੀ ਬਿਲਕੁਲ। ਇੱਥੇ ਜਿਹੜੀ ਹੈਗੀ ਆ, ਜਿਹੜੀ ਇੱਥੇ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਆ, ਇਹਦੇ ਵਿੱਚ ਕੀ ਆ ਕਿ ਜਿਹੜਾ ਪ੍ਰੈਜ਼ੀਡੈਂਟ ਆ ਉਹਦਾ ਪਾਰਲੀਮੈਂਟ ਨਾਲ ਕੋਈ ਲੈਣਾ ਦੇਣਾ ਨਹੀਂ। ਉਹ ਵੱਖਰੇ ਤੌਰ ਤੇ ਆ। ਪ੍ਰੈਜ਼ੀਡੈਂਟ ਦੀ ਇਲੈਕਸ਼ਨ ਸਿੱਧੀ ਹੁੰਦੀ ਆ ਅਲੱਗ, ਜਿਵੇਂ ਗਵਰਨਰਾਂ ਦੀ ਸਟੇਟ ਸਿੱਧੀ ਹੁੰਦੀ ਡਾਇਰੈਕਟ ਇਲੈਕਸ਼ਨ ਹੁੰਦਾ। ਉਹ 'ਚ ਕੀ ਆ ਵੀ ਪ੍ਰੈਜ਼ੀਡੈਂਟ ਕਈ ਵਾਰੀ ਹੋਰ ਪਾਰਟੀ ਦਾ ਹੁੰਦਾ ਤੇ ਜਿਹੜੀ ਮਤਲਬ ਕਾਂਗਰਸ ਹੈਗੀ ਆ ਉਹ ਹੋਰ ਪਾਰਟੀ ਦੀ ਹੁੰਦੀ ਆ, ਸੈਨੇਟ ਜਾਂ ਹਾਊਸ ਹੋਰ ਪਾਰਟੀ ਦਾ ਹੁੰਦਾ। ਉਹਦੇ 'ਚ ਪ੍ਰੋਬਲਮ ਆ ਜਾਂਦੀ ਹੈ ਕਾਨੂੰਨ ਬਣਾਉਣ 'ਚ, ਕਿਉਂਕਿ ਜਿਹੜਾ ਪ੍ਰੈਜ਼ੀਡੈਂਟ ਆ ਉਹਦਾ ਉਹਨਾਂ ਦੇ ਨਾਲ ਕੋਈ ਡਾਇਰੈਕਟ ਲੈਣਾ ਦੇਣਾ ਨਹੀਂ ਹੁੰਦਾ। ਤੇ ਉਹ ਕੀ ਕਰਦੇ ਆ ਵੀ ਉਹ ਆਪਣਾ ਏਜੰਡਾ ਉਹਨਾਂ ਨੂੰ ਦਿੰਦਾ, ਉਹ ਮੰਨਣ ਜਾਂ ਨਾ ਮੰਨਣ। ਸੋ ਆਮ ਤੌਰ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਈਵਨ ਜਿਹੜੇ ਉਹ ਪ੍ਰੈਜ਼ੀਡੈਂਟ ਜਿਹੜੇ ਬੜੇ ਤਕੜੇ ਹੋਏ ਆ, ਜਿਹਨਾਂ ਕੋਲ ਬੜੇ ਬੜੀਆਂ ਮੈਜੋਰਟੀਆਂ ਰਹੀਆਂ ਨੇ, ਉਹਨਾਂ ਨੂੰ ਵੀ ਲਾਅ ਪਾਸ ਕਰਾਉਣ ਦੇ ਵਿੱਚ ਬਹੁਤ ਮੁਸ਼ਕਲ ਨਾਲ ਉਹਨਾਂ ਨੇ ਕਾਨੂੰਨ ਪਾਸ ਕਰਾਏ ਆ। ਜਿਨ੍ਹਾਂ ਵਿੱਚ ਤੁਸੀਂ ਕਹਿ ਲਓ ਰੋਨਾਲਡ ਰੇਗਨ ਸੀ, ਉਹਦੀ ਬੜੀ ਮੈਜੋਰਟੀ ਹੁੰਦੀ ਸੀ ਤੇ ਆਪਣੀ ਪਾਰਟੀ 'ਤੇ ਬਹੁਤ ਹੋਲਡ ਸੀਗਾ। ਇੱਦਾਂ ਹੀ ਕਿਸੇ ਟਾਈਮ ਬਿਲ ਕਲਿੰਟਨ ਕੋਲ ਬਹੁਤ ਮੈਜੋਰਟੀ ਸੀਗੀ, ਬਰਾਕ ਓਬਾਮਾ ਕੋਲ ਵੀ ਰਹੀ ਆ। ਉਦੋਂ ਬਾਅਦ ਉਸ ਤੋਂ ਪਹਿਲਾਂ ਵੀ ਜਿਹੜੇ ਪ੍ਰੈਜ਼ੀਡੈਂਟ ਰਹੇ ਇਹਨਾਂ ਦੇ ਬੜੇ ਤਕੜੇ, ਕੈਨੇਡੀ ਰਿਹਾ ਜਾਂ ਰੂਜ਼ਵੈਲਟ ਰਿਹਾ, ਜਿਹੜੇ ਕਿ ਇੰਨੇ ਤਕੜੇ ਸੀ ਕਿ ਜੋ ਉਹ ਕਹਿੰਦੇ ਸੀ ਹੋ ਜਾਂਦਾ ਸੀ, ਲੋਕ ਵੀ ਨਾਲ ਸੀ ਉਹਨਾਂ ਦੇ। ਉਹਨਾਂ ਨੂੰ ਵੀ ਉਹੋ ਜਿਹਾ ਨੂੰ ਵੀ ਪ੍ਰੋਬਲਮ ਹੁੰਦੀ ਸੀ। ਪਰ ਜਿੱਥੇ ਹੁਣ ਜਿਹੜੀ ਸਮੱਸਿਆ ਹੁਣ ਇਹ ਆ ਵੀ ਸੈਨੇਟ ਦੇ ਵਿੱਚ ਤਾਂ 50-50 ਆ ਤੇ ਇੱਕ ਵੋਟ ਵਾਈਸ ਪ੍ਰੈਜ਼ੀਡੈਂਟ ਦੀ ਹੈ। ਜਿਹੜਾ ਹਾਊਸ ਉਹਦੇ ਵਿੱਚ 10-12 ਬੰਦਿਆਂ ਦੀ ਮੈਜੋਰਟੀ ਆ। ਹੁਣ ਜਿਹੜਾ ਇਮੀਗ੍ਰੇਸ਼ਨ ਦਾ ਇਸ਼ੂ ਆ, ਇਹ ਇਸ਼ੂ ਤੇ ਜਿਹੜੀ ਤਾਂ ਹੈਗੀ ਡੈਮੋਕ੍ਰੈਟਿਕ ਪਾਰਟੀ, ਉਹਦਾ ਸਟੈਂਡ ਤਾਂ ਬਿਲਕੁਲ ਠੀਕ ਆ ਕਿ ਉਹ ਇਹ ਚਾਹੁੰਦੇ ਆ ਕਿ ਜਿਹੜੇ ਇੱਥੇ ਬੰਦੇ ਰਹਿ ਰਹੇ ਨੇ ਬੜੀ ਦੇਰ ਤੋਂ ਉਹਨਾਂ ਨੂੰ ਪੱਕਾ ਕੀਤਾ ਜਾਵੇ। ਕਿਉਂਕਿ ਜਿਹੜੇ 25-30 40-40 ਸਾਲ ਹੋ ਗਏ ਬੰਦਿਆਂ ਨੂੰ ਇੱਥੇ ਰਹਿੰਦਿਆਂ ਨੂੰ, ਜਾਂ ਬੱਚੇ ਜਿਹੜੇ ਛੋਟੀ ਉਮਰ 'ਚ ਆਏ ਆ ਇੱਥੇ ਕਾਲਜਾਂ 'ਚ ਗਏ ਆ, ਉਹ ਵੀ ਬੱਚੇ ਵੀ ਹੁਣ 35-40 ਸਾਲ ਦੇ ਹੋ ਗਏ। ਉਹਨਾਂ ਨੂੰ ਹੋਰ ਕਿਸੇ ਮੁਲਕ ਦਾ ਪਤਾ ਹੀ ਨਹੀਂ ਹੈਗਾ, ਉਹਨਾਂ ਦਾ ਕੋਈ ਕ੍ਰਿਮੀਨਲ ਰੈਕਡ ਨਹੀਂ। ਤੇ ਉਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਬੱਚੇ ਇੱਥੇ ਅਨਡਾਕੂਮੈਂਟਡ ਇੱਥੇ ਪੜ੍ਹੇ ਨੇ, ਉਹਨਾਂ 'ਚ ਉਹਨਾਂ ਨੇ ਪੈਂਡੈਮਿਕ 'ਚ ਬੜੀ ਮਦਦ ਕੀਤੀ ਕਿਉਂਕਿ ਮੈਡੀਕਲ ਪ੍ਰੋਫੈਸ਼ਨ 'ਚ ਹੈਗੇ ਆ, ਨਰਸਾਂ ਨੇ, ਡਾਕਟਰ ਨੇ, ਤੇ ਉਹਨਾਂ ਨੂੰ ਪੱਕਾ ਕੀਤਾ ਜਾਵੇ। ਉਹਦੇ ਨਾਲ ਇੱਕ ਜਿਹੜੀ ਸਟੱਡੀ ਪਿੱਛੇ ਆਈ ਆ, 2 ਸਟੱਡੀਜ਼ ਆਈਆਂ ਨੇ, ਉਹ ਕਹਿ ਰਹੇ ਨੇ ਕਿ ਅਮਰੀਕਾ 'ਚ ਲੇਬਰ ਦੀ ਬਹੁਤ ਜ਼ਿਆਦਾ ਸ਼ਾਰਟੇਜ ਆ ਤੇ ਅੱਗੇ ਨੂੰ ਹੋਰ ਹੋਏਗੀ। ਉਹਦਾ ਕਾਰਨ ਇਹ ਆ ਵੀ ਜਿਹੜਾ ਇੱਥੇ ਬੱਚੇ ਪੈਦਾ ਹੋ ਰਹੇ ਅਮਰੀਕਾ 'ਚ ਉਹ ਘੱਟ ਹੋ ਰਹੇ ਆ, ਡੈਥ ਰੇਟ ਜ਼ਿਆਦਾ। ਉਹਦੇ ਕਰਕੇ ਹੋਣਾ ਕੀ ਆ ਵੀ ਅਗਲੇ 10-15 ਸਾਲਾਂ ਦੇ ਵਿੱਚ ਲੇਬਰ ਦੀ ਸ਼ਾਰਟੇਜ ਜਿਹੜੀ ਆ ਉਹ ਹੋਰ ਵਧੇਗੀ। ਤੇ ਕੁਝ ਜਦੋਂ ਪੈਂਡੈਮਿਕ ਹੋ ਕੇ ਗਿਆ, ਲੋਕਾਂ ਨੂੰ ਅਨਐਮਪਲੋਇਮੈਂਟ ਲੈਣ ਦੀ ਇੱਥੇ ਆਦਤ ਪੈ ਗਈ, ਜਿਵੇਂ ਲੋਕਾਂ ਨੂੰ ਬਹੁਤ ਅਨਐਮਪਲੋਇਮੈਂਟ ਮਿਲੀ। ਉਹਦੇ ਕਰਕੇ ਜਿਹੜੇ ਇੱਕ ਤਾਂ ਕੰਮ ਲੋਕਾਂ ਨੇ ਪੈਂਡੈਮਿਕ ਕਰਕੇ ਨਹੀਂ ਕੀਤਾ ਵੀ ਚਲੋ ਉਦੋਂ ਸੀਗਾ ਵੀ ਬਚੋ ਉਹ ਤੋਂ, ਤੁਸੀਂ ਕੰਮ 'ਤੇ ਨਾ ਜਾਓ। ਦੂਜਾ ਅਨਐਮਪਲੋਇਮੈਂਟ ਮਿਲਣ ਲੱਗ ਗਈ, ਉਹਦੇ ਕਰਕੇ ਜਿਹੜੇ ਇੱਥੋਂ ਦੇ ਲੋਕ ਜਿਹੜੇ ਕੰਮ ਕਈ ਕਰਦੇ ਸੀ ਉਹਨਾਂ ਨੇ ਕੰਮ ਛੱਡਤੇ। ਹੁਣ ਜਿਹੜਾ ਇੰਡਸਟਰੀ ਆ ਉਹਨੂੰ ਤਾਂ ਲੋੜ ਹੈਗੀ ਆ। ਸੋ ਉਹਦੇ ਕਰਕੇ ਕੀ ਹੋਇਆ ਵੀ ਰੰਧਾਵਾ ਸਾਹਿਬ ਵੀ ਜਿਹੜੀ ਇੱਥੇ ਲੇਬਰ ਦੀ ਸ਼ਾਰਟੇਜ ਆ ਇਹਨੂੰ ਪੂਰੀ ਕਰਨ ਵਾਸਤੇ ਇਮੀਗ੍ਰੇਸ਼ਨ ਦੀ ਸਖਤ ਲੋੜ ਆ। ਜੇ ਇਮੀਗ੍ਰੇਸ਼ਨ ਨਹੀਂ ਹੋਏਗੀ ਤਾਂ ਸ਼ਾਰਟੇਜ ਕਿੱਦਾਂ ਪੂਰੀ ਹੋਏਗੀ? ਹੁਣ ਇਮੀਗ੍ਰੇਸ਼ਨ ਦੇ 2 ਤਰੀਕੇ ਆ ਕਰਨ ਦੇ। ਇੱਕ ਤਾਂ ਇਹ ਵੀ ਤੁਸੀਂ ਲੀਗਲ ਇਮੀਗ੍ਰੇਸ਼ਨ ਕਰੋ, ਵੀ ਰਸਤਾ ਬਣਾਓ ਵੀ ਕੋਈ ਗੈਸਟ ਵਰਕਰ ਰੱਖੋ, ਜਿਵੇਂ ਹੁਣ ਸਾਡੇ ਬੰਦੇ ਖਾੜੀ ਦੇ ਮੁਲਕਾਂ ਜਾਂ ਦੁਬਈ ਜਾਂਦੇ ਆ, ਜਾਂ ਮਤਲਬ ਇਹੋ ਜਿਹੇ ਮੁਲਕਾਂ ਦੇ ਵਿੱਚ ਕੰਮ ਕਰਨ ਜਾਂਦੇ ਆ, ਇਰਾਨ, ਇਰਾਕ ਜਾਂਦੇ ਆ, ਸਾਊਦੀ ਅਰੇਬੀਆ ਜਾਂਦੇ ਆ, ਉੱਥੇ ਉਹਨਾਂ ਕੋਲ ਵਰਕ ਪਰਮਿਟ ਹੁੰਦਾ, ਕੰਮ ਕਰਕੇ ਆ ਜਾਂਦੇ ਆ, ਜੋ ਕਿ ਕਿਸੇ ਟਾਈਮ 'ਤੇ ਜਿਹੜਾ ਪ੍ਰੈਜ਼ੀਡੈਂਟ ਬੁਸ਼ ਸੀਗਾ ਉਹਨੇ ਰੱਖਿਆ ਸੀ ਵੀ ਇਹ ਕਰੋ ਜਿਹੜਾ ਹੈਗਾ ਗੈਸਟ ਵਰਕਰ ਪ੍ਰੋਗਰਾਮ। ਉਹ ਨਹੀਂ ਮੰਨਿਆ ਕਿਸੇ ਨੇ। ਜਾਂ ਫਿਰ ਲੀਗਲ ਇਮੀਗ੍ਰੇਸ਼ਨ ਨੂੰ ਤੇਜ਼ ਕਰੋ, ਵੀ ਜਿੱਦਾਂ ਜਿਹੜਾ ਆਪਾਂ ਹੁਣ ਗੱਲ ਕਰਕੇ ਹਟੇ ਆ ਵੀਜ਼ਾ ਬੁਲੇਟਿਨ ਦੀ, 17 ਸਾਲ ਦਾ ਬੈਕਲੌਗ ਆ, ਇਹਨੂੰ ਘਟਾ ਕੇ ਤੁਸੀਂ ਕੋਈ ਤਰੀਕਾ ਬਣਾਓ ਵੀ ਜਿਹੜੇ ਬੰਦਿਆਂ ਨੂੰ ਤੁਸੀਂ ਉਹਨਾਂ ਨੂੰ ਆਉਣ ਦਾ ਹੀ ਇੱਥੇ ਪਰਮਿਸ਼ਨ ਦੇ ਦਿਓ, ਵੀ ਜਿਹੜੇ ਬੰਦੇ ਇੰਨੀ ਦੇਰ ਤੋਂ ਵੇਟ ਕਰ ਰਹੇ ਆ ਉਹਨਾਂ ਨੂੰ ਟੈਂਪਰਰੀ ਵੀਜ਼ਾ ਦੇ ਕੇ ਇੱਥੇ ਬੁਲਾ ਲਓ, ਇੱਥੇ ਵਰਕ ਪਰਮਿਟ ਕੰਮ ਕਰੀ ਜਾਣ, ਗ੍ਰੀਨ ਕਾਰਡ ਇੱਥੇ ਲਈ ਜਾਣ, ਚਾਹੇ ਜਿੰਨਾ ਵੀ ਟਾਈਮ ਲੱਗੇ। ਤੇ ਕੁਛ ਤਾਂ ਕਰੋ। ਇਹਦੇ 'ਤੇ ਜਿਹੜੀ ਡੈਮੋਕ੍ਰੈਟਿਕ ਪਾਰਟੀ ਦਾ ਸਟੈਂਡ ਤਾਂ ਹੈਗਾ ਪੋਜ਼ੀਟਿਵ। ਉਹਨਾਂ ਨੇ ਦੇਖੋ ਜਿੰਨੀਆਂ ਚੇਂਜਸ ਕੀਤੀਆਂ, ਮਤਲਬ ਟਰੰਪ ਨੇ ਉਹ ਇਹਨਾਂ ਨੇ ਬੈਕ ਰੋਲ ਕੀਤੀਆਂ, 2-3 ਬਿੱਲ ਵੀ ਪਾਸ ਕਰਕੇ ਹਾਊਸ ਨੇ ਸੈਨੇਟ 'ਚ ਭੇਜੇ ਆ। ਉਹ 'ਚ ਡਾਕਾ ਵਾਲਿਆਂ ਦਾ ਬਿੱਲ ਵੀ ਆ। ਇਹਨਾਂ ਨੇ ਜਿਹੜੀ ਰਜਿਸਟਰੀ ਆ ਉਹਨੂੰ ਮੂਵ ਕਰਨ ਦੀ ਕੋਸ਼ਿਸ਼ ਵੀ ਕੀਤੀ ਆ। ਹੁਣ ਰਜਿਸਟਰੀ ਕੀ ਆ?
ਰਜਿਸਟਰੀ ਇਹ ਹੈਗੀ ਆ ਕਿ ਇੱਕ ਇੱਥੇ ਬਣਿਆ ਹੋਇਆ ਵੀ ਜਿਹੜਾ 1972 ਤੋਂ ਪਹਿਲਾਂ ਦੇ ਇਲੀਗਲ ਬੰਦੇ ਆਏ ਆ ਜੀ, ਉਹਨਾਂ ਨੂੰ ਤੁਸੀਂ ਗ੍ਰੀਨ ਕਾਰਡ ਦੇ ਦਿਓ। ਹੁਣ 72 ਵਾਲਾ ਤਾਂ ਕੋਈ ਬਚਿਆ ਹੀ ਨਹੀਂ ਜਿਹਨੂੰ ਗ੍ਰੀਨ ਕਾਰਡ ਨਹੀਂ ਮਿਲਿਆ ਅਜੇ ਤੱਕ। ਠੀਕ ਹੈ ਨਾ। ਉਹ ਇਹਨਾਂ ਨੇ ਰੱਖੀ ਸੀ ਪ੍ਰਪੋਜ਼ਲ ਵੀ ਇਹਨੂੰ ਡੇਟ ਨੂੰ ਮੂਵ ਕਰਕੇ 2010 ਕਰ ਦਿਓ ਜਾਂ 2005 ਕਰ ਦਿਓ, ਜਾਂ ਰੀਜ਼ਨੇਬਲ ਜੀ ਰੱਖ ਲਓ ਕੋਈ, ਜਾਂ 2000 ਕਰ ਦਿਓ ਜੀ, ਜਾਂ ਉਹਨੂੰ ਇਦਾਂ ਦੀ ਮੂਵ ਕਰ ਦਿਓ ਵੀ 7 ਸਾਲ ਤੱਕ ਵੀ ਜੇ ਮਤਲਬ 7 ਸਾਲ ਬਾਅਦ ਰੋਲ ਹੋ ਜਾ ਕਰੇ, ਆਪਣੇ ਆਪ ਹੀ ਰਿਵਾਈਜ਼ ਹੋ ਜਾ ਕਰੇ। ਉਹ ਵੀ ਨਹੀਂ ਮੰਨਿਆ ਕਿਸੇ ਨੇ। ਮਤਲਬ ਗੱਲ ਇਹ ਆ ਵੀ ਜਦੋਂ ਹਾਊਸ ਤੋਂ ਪਾਸ ਹੋ ਕੇ ਜਾਂਦਾ ਬਿੱਲ ਸੈਨੇਟ 'ਚ, ਸੈਨੇਟ ਦੇ ਵਿੱਚ ਇੱਕ ਫਿਲੇਬਸਟਰ ਹੁੰਦਾ। ਉਹਦਾ ਇਹ ਹੁੰਦਾ ਵੀ ਜੇ ਇੱਕ ਵੀ ਸੈਂਟਰ ਉੱਠ ਕੇ ਕਹਿ ਦੇਵੇ ਕਿ ਇਹ ਜਿਹੜਾ ਬਿੱਲ ਆ ਜੀ ਇਹ ਤੇ ਫਿਲੇਬਸਟਰ ਲੱਗਣਾ ਚਾਹੀਦਾ, ਉਹਦਾ ਮਤਲਬ ਆ ਵੀ 60 ਸੈਂਟਰਾਂ ਦੀ ਆਪਾਂ ਨੂੰ ਵੋਟ ਚਾਹੀਦੀ ਆ, ਤਾਂ ਉਹ 60 ਚਾਹੀਦੇ। ਹੁਣ 60 ਤਾਂ ਹੋਣਗੇ, 10 ਰਿਪਬਲਿਕਨ ਲੱਗਣਗੇ। ਰਿਪਬਲਿਕਨ ਪਾਰਟੀ ਜਿਹੜੀ ਆ ਉਹਦਾ ਜਿਹੜਾ ਇਸ ਟਾਈਮ ਤੇ ਸਟੈਂਡ ਆ ਉਹ ਮਤਲਬ ਟਰੰਪ ਤੋਂ ਬਾਅਦ, ਈਵਨ ਟਰੰਪ ਤੋਂ ਪਹਿਲਾਂ ਵੀ ਸਖਤ ਸੀ ਇਮੀਗ੍ਰੇਸ਼ਨ ਦਾ, ਪਰ ਇੰਨਾ ਨਹੀਂ ਸੀ। ਟਰੰਪ ਤੋਂ ਬਾਅਦ ਸਟੈਂਡ ਟੋਟਲੀ ਇਮੀਗ੍ਰੇਸ਼ਨ ਦੇ ਸਖਤ ਆ ਤੇ ਅਨਰੀਅਲਿਸਟਿਕ ਆ। ਮਤਲਬ ਜਿਹੜਾ ਉਹ ਸਟੈਂਡ ਆ ਉਹ ਇਹ ਆ ਵੀ ਬਾਰਡਰ ਨੂੰ ਸੀਲ ਕਰ ਦਿਓ, ਕੋਈ ਬੰਦਾ ਇੱਥੇ ਵੜਨ ਨਾ ਦਿਓ, ਜਿਹੜਾ ਬੰਦਾ ਆਉਂਦਾ ਡਿਪੋਰਟ ਕਰੋ ਤੇ ਇੱਥੋਂ ਵਾਲੇ ਬੰਦਿਆਂ ਨੂੰ ਪੱਕੇ ਨਾ ਕਰੋ। ਹੁਣ ਦੱਸੋ ਵੀ ਇਹ ਜਿਹੜੀ ਸਿਚੁਏਸ਼ਨ ਆ ਇਹਦੇ ਨਾਲ ਕਿਵੇਂ ਲੇਬਰ ਦੀ ਸ਼ਾਰਟੇਜ ਪੂਰੀ ਹੋਊਗੀ? ਜਾਂ ਤਾਂ ਤੁਸੀਂ ਪਲਾਨ ਇਹ ਕਰੋ ਨਾ ਕਿ ਠੀਕ ਆ ਬਾਰਡਰ ਤੇ ਸਾਰੇ ਚਾਹੁੰਦੇ ਆ ਸਖਤੀ ਹੋਵੇ, ਕੋਈ ਬੰਦਾ ਨਹੀਂ ਚਾਹੁੰਦਾ ਕਿ ਬਾਰਡਰ ਜਿਹੜਾ ਪੋਰਸ ਹੋਵੇ, ਜਿਹੜਾ ਮਰਜ਼ੀ ਆਈ ਜਾਵੇ। ਪਰ ਉਹਦੇ ਨਾਲ ਨਾਲ ਜਿਹੜੇ ਇੱਥੇ ਲੋਕ ਜਿਨ੍ਹਾਂ ਦੇ ਬਿੱਲ ਪਾਸ ਹੋ ਕੇ ਹਾਊਸ ਤੋਂ ਸੈਨੇਟ 'ਚ ਗਏ ਨੇ, ਬੜੀ ਦੇਰ ਤੋਂ ਰਹਿ ਰਹੇ ਨੇ, ਉਹਨਾਂ ਕੋਲ ਕ੍ਰਿਮੀਨਲ ਰੈਕਡ ਨਹੀਂ, ਉਹਨਾਂ ਨੂੰ ਚਾਹੇ ਤੁਸੀਂ ਯਾਨੀ ਕਿ ਫੇਜ਼ਿਸ 'ਚ ਹੀ ਪੱਕਾ ਕਰ ਦਿਓ। ਮਤਲਬ ਇੱਕਦਮ ਨਾ ਕਰੋ, ਇਹ ਕਹਿ ਦਿਓ ਵੀ ਚਲੋ ਟੈਂਪਰੇਰੀ ਪਰਮਿਟ ਦਿੱਤੇ 4 ਸਾਲ ਲਈ 8 ਸਾਲ ਲਈ, ਜਿਹੜੀ ਪਲਾਨ ਆ 8 ਸਾਲਾਂ ਬਾਅਦ ਚਲੋ ਇਹਨਾਂ ਨੂੰ ਫਿਰ ਅਸੀਂ ਗ੍ਰੀਨ ਕਾਰਡ ਦੇਵਾਂਗੇ, ਕੁਛ ਤਾਂ ਕਰੋ ਜੀ। ਉਹ ਗੱਲ ਤੇ ਕੋਈ ਨਹੀਂ। ਉਹ ਆ ਜੀ ਪਹਿਲਾਂ ਤੁਸੀਂ ਐਂ ਕਰੋ ਵੀ ਬਾਰਡਰ ਨੂੰ ਸੀਲ ਕਰੋ, ਨਾ ਬਾਰਡਰ ਸੀਲ ਹੋਵੇ ਨਾ ਜਿਹੜਾ ਹੈਗਾ ਮੁੜ ਕੇ। ਇਹ ਸਾਨੂੰ ਦੇਖਦਿਆਂ ਨੂੰ 15-20 ਸਾਲ ਹੋ ਗਏ। ਇਸੇ ਪਹਿਲਾਂ ਬਰਾਕ ਓਬਾਮੇ ਨੇ ਕੋਸ਼ਿਸ਼ ਕੀਤੀ ਇਹੀ ਚੀਜ਼ ਦੀ, ਉਸ ਤੋਂ ਪਹਿਲਾਂ ਬੁਸ਼ ਨੇ ਕੀਤੀ, ਉਹਦੀ ਆਪਣੀ ਪਾਰਟੀ ਨੇ ਮੰਨੀ, ਫਿਰ ਓਬਾਮੇ ਨੇ ਕੀਤੀ, ਉਦੋਂ ਨਹੀਂ ਮੰਨੇ ਕਿ ਜੀ ਆਹ ਠੀਕ ਨਹੀਂ ਤੇ ਉਹ ਠੀਕ ਨਹੀਂ। ਹੁਣ ਮੁੜ ਕੇ ਟਰੰਪ ਨੇ ਤਾਂ ਖੈਰ ਕਰਨੀ ਕੀ ਸੀ, ਉਹ ਤਾਂ ਉਲਟ ਸੀ, ਉਦੋਂ ਕਹਿੰਦੇ ਸਾਰੇ ਡਿਪੋਰਟ ਕਰੋ ਬੰਦੇ। ਉਹਦਾ ਲੀਗਲ ਇਮੀਗ੍ਰੇਸ਼ਨ ਦੇ ਵੀ ਖਿਲਾਫ ਸੀ, ਜਿਹੜੀ ਇਲੀਗਲ ਇਮੀਗ੍ਰੇਸ਼ਨ ਹੈਗੀ ਉਹਦੇ ਵੀ ਖਿਲਾਫ ਸੀ। ਹੁਣ ਜਿਹੜੀ ਪ੍ਰੋਬਲਮ ਆ ਉਹ ਇਹ ਆ ਵੀ ਬਿੱਲ ਪਾਸ ਹੋ ਕੇ ਗਏ ਆ, ਪਰ ਸੈਨੇਟ ਦੇ ਵਿੱਚ ਉੱਥੇ ਹੀ ਪਏ ਆ, ਕਿਉਂਕਿ ਸੈਨੇਟ ਜਿਹੜਾ ਪਾਰਲੀਮੈਂਟੇਰੀਅਨ ਆ, ਜਿਹੜਾ ਡਿਸਾਈਡ ਕਰਦਾ ਵੀ ਇਹ ਬਿੱਲ ਕਿਵੇਂ ਪੇਸ਼ ਹੋਵੇ ਜਾਂ ਇਹਨੂੰ ਕਿਸੇ ਬਿੱਲ ਨਾਲ ਤੁਸੀਂ ਟੈਗ ਕਰ ਸਕਦੇ ਹੋ ਕਿ ਨਹੀਂ। ਉਹਨੇ ਕਿਹਾ ਵੀ ਤੁਸੀਂ ਇਹ ਬਿੱਲਾਂ ਨੂੰ ਬਜਟ ਨਾਲ ਟੈਗ ਨਹੀਂ ਕਰ ਸਕਦੇ ਤੇ ਬਜਟ ਜਿਹੜਾ ਉਹਨੂੰ ਅੱਡ ਰਹਿਣ ਦਿਓ। ਕੋਈ ਬਜਟ ਜਿਹੜਾ ਸਿੰਪਲ ਮੈਜੋਰਟੀ ਨਾਲ ਪਾਸ ਹੋ ਜਾਂਦਾ। ਹੁਣ 60 ਜਿਹੜੀਆਂ ਵੋਟਾਂ ਉਹ ਨਹੀਂ ਹੁੰਦੀਆਂ। ਸੋ ਇਹਦਾ ਕੁੱਲ ਮਿਲਾ ਕੇ ਫੈਸਲਾ ਜਿਹੜਾ ਹੈਗਾ ਉਹ ਰੰਧਾਵਾ ਸਾਹਿਬ ਇਲੈਕਸ਼ਨ ਤੇ ਹੋਣਾ, ਆਉਣ ਵਾਲੀ ਇਲੈਕਸ਼ਨ ਜਿਹੜੀ ਕਿ ਨਵੰਬਰ 8 ਨੂੰ ਹੋਣੀ ਆ। ਇਹਦੇ ਜਿਸ ਤਰ੍ਹਾਂ ਆ ਵੀ ਜੇ ਤਾਂ ਆ ਜਾਂਦੀ ਆ ਰਿਪਬਲਿਕਨ ਪਾਰਟੀ ਦੀ ਮੈਜੋਰਟੀ ਹਾਊਸ ਤੇ ਸੈਨੇਟ ਦੇ ਵਿੱਚ, ਤਾਂ ਜਿਹੜਾ ਸਾਨੂੰ ਲੱਗ ਰਿਹਾ ਵੀ ਇਮੀਗ੍ਰੇਸ਼ਨ ਦਾ ਕੁਝ ਵੀ ਹੋਣ ਦੀ ਉਮੀਦ ਨਹੀਂ। ਜੋ ਪਿੱਛੇ 2 ਸਾਲ 'ਚ ਹੋਇਆ, ਜਦੋਂ ਪਹਿਲਾਂ ਹੋਇਆ, ਇਹੀ ਅਗਲੇ 2 ਸਾਲ 'ਚ ਹੋਊਗਾ। ਇਹਨਾਂ ਨੇ ਇਹੀ ਕਹਿਣਾ ਜੀ ਪਹਿਲਾਂ ਤਾਂ ਬਾਰਡਰ ਕਰੋ, ਆਹ ਕਰੋ, ਫਲਾਣਾ ਕਰੋ, ਫਿਰ ਮੁੜ ਕੇ ਅਸੀਂ ਇੱਦਾਂ ਕਰਾਂਗੇ, ਉਹ ਕਰਾਂਗੇ। ਮਤਲਬ ਉਹ ਮੀਟਿੰਗਾਂ ਹੀ ਹੋਈ ਜਾਣੀਆਂ ਨੇ, ਨਿਕਲਣਾ ਵਿੱਚੋਂ ਕੁਝ ਨਹੀਂ। ਜੀ ਬਿਲਕੁਲ। ਤੇ ਜੇ ਆ ਜਾਂਦੀ ਹੈ ਡੈਮੋਕ੍ਰੈਟਿਕ ਪਾਰਟੀ ਦੀ ਮੈਜੋਰਟੀ, ਇਹਨਾਂ ਦੇ ਵਿੱਚ ਚਾਹੇ ਥੋੜੀ ਮੈਜੋਰਟੀ ਆਵੇ, 2-4 ਸੀਟਾਂ ਦੀ ਆਵੇ, ਤਾਂ ਇਮੀਗ੍ਰੇਸ਼ਨ ਦੀ ਆਸ ਵੱਜੇਗੀ। ਕਿਉਂਕਿ ਉਹਦੇ ਨਾਲ ਇਹ ਹੋਏਗਾ ਕਿ ਜਿਹੜੀ ਰਿਪਬਲਿਕਨ ਪਾਰਟੀ ਆ ਉਹ ਸੋਚਣ 'ਚ ਮਜਬੂਰ ਹੋਏਗੀ ਵੀ ਇੰਨਾ ਸਖਤ ਜਿਹੜਾ ਇਮੀਗ੍ਰੇਸ਼ਨ ਦਾ ਸਟੈਂਡ ਆ ਇਹ ਠੀਕ ਨਹੀਂ, ਸਾਨੂੰ ਆਪਣਾ ਸਟੈਂਡ ਥੋੜਾ ਚੇਂਜ ਕਰਨਾ ਪੈਣਾ। ਸਾਨੂੰ ਜਿਹੜੀ ਇਮੀਗ੍ਰੇਸ਼ਨ ਆ ਇਹਦੇ ਬਾਰੇ ਕੁਝ ਆਪਣਾ ਸਟੈਂਡ ਮੈਲੋ ਡਾਊਨ ਕਰਨਾ ਪੈਣਾ, ਰੀਜ਼ਨੇਬਲ। ਸੋ ਇਹ ਇਲੈਕਸ਼ਨ ਬੜੀ ਇੰਪੋਰਟੈਂਟ ਆ। ਇਹਦੇ ਵਿੱਚ ਇਹ ਇਲੈਕਸ਼ਨ ਇਹ ਤੈਅ ਕਰੇਗੀ ਕਿ ਅਗਲੇ 2 ਸਾਲਾਂ ਦੇ ਵਿੱਚ ਇਮੀਗ੍ਰੇਸ਼ਨ ਦੀ ਕੀ ਪਾਲਿਸੀ ਹੋਏਗੀ। ਸੋ ਦੋਸਤੋ, ਤੁਸੀਂ ਇਹ ਗੱਲ ਬੜੀ ਥੋਰੋਲੀ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਹੋਰਾਂ ਕੋਲੋਂ ਸੁਣੀ ਆ ਕਿ ਜੇ ਤੁਸੀਂ ਇਮੀਗ੍ਰੇਸ਼ਨ ਆਉਣ ਵਾਲੇ ਸਮੇਂ ਵਿੱਚ ਇਮੀਗ੍ਰੇਸ਼ਨ ਦੇ ਜਿਹੜੇ ਪੈਂਡਿੰਗ ਕੰਮ ਆ, ਰੁਕੇ ਹੋਏ ਕੰਮ ਆ, ਜੇ ਉਹਦੇ ਵਿੱਚ ਤੇਜ਼ੀ ਲਿਆਉਣਾ ਚਾਹੁੰਦੇ ਹੋ ਤੇ ਬੜਾ ਜ਼ਰੂਰੀ ਹੈ ਕਿ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਅੱਗੇ ਕੈਂਡੀਡੇਟਸ ਆ ਉਹ ਜਿੱਤਣੇ ਬਹੁਤ ਜ਼ਰੂਰੀ ਆ। ਜੇ ਉਹ ਜਿੱਤਣਗੇ ਤੇ ਜਿਹੜਾ ਉਹਨਾਂ ਦੀ ਮੈਜੋਰਟੀ ਆ ਉਹ ਇੱਥੇ ਆਊਗੀ, ਫਿਰ ਹੀ ਜਿਹੜੇ ਬਿੱਲ ਰੁਕੇ ਹੋਏ ਕੰਮ ਆ ਉਹ ਪਾਸ ਹੋ ਸਕਦੇ ਆ। ਇਸ ਦੇ ਨਾਲ ਨਾਲ ਇੱਕ ਹੋਰ ਬੜੇ ਸਾਡੇ ਦਰਸ਼ਕ ਜਿਹੜੇ ਬੜੇ ਚਿੰਤਤ ਹੁੰਦੇ ਆ, ਬਾਰਡਰ ਦੀ ਅੱਜ ਕੱਲ੍ਹ ਕੀ ਪੋਜੀਸ਼ਨ ਹੈ? ਕਹਿੰਦੇ ਬੜੀ ਸਖਤੀ ਹੋ ਗਈ ਆ ਬਾਰਡਰ ਤੇ। ਇਸ ਤਰ੍ਹਾਂ ਹੈਗਾ ਰੰਧਾਵਾ ਸਾਹਿਬ ਵੀ ਜਿਹੜੀ ਸਖਤੀ ਟਰੰਪ ਵੇਲੇ ਸੀਗੀ ਉਹਦੇ ਤਾਂ ਨੇੜੇ ਤੇੜੇ ਵੀ ਹੈ ਨਹੀਂ ਸਖਤੀ ਹੁਣ। ਉਹ ਤਾਂ ਬਹੁਤ ਜ਼ਿਆਦਾ ਸੀ। ਉਦੋਂ ਆਪਾਂ ਕਰਦੇ ਰਹੇ ਪ੍ਰੋਗਰਾਮ ਵੀ ਲੋਕੀ ਆਉਂਦੇ ਸੀ, ਜਹਾਜ਼ਾਂ ਦੇ ਜਹਾਜ਼ ਭਰ ਕੇ ਜਾਂਦੇ ਸੀ, ਜਿਹੜਾ ਆਉਂਦਾ ਸੀ ਚਾਹੇ ਲੋਕਾਂ ਨੂੰ ਅੰਦਰ ਕੋਵਿਡ ਵੀ ਹੋ ਗਿਆ, ਕਈਆਂ ਨੂੰ ਬਿਮਾਰ ਵੀ ਹੋ ਗਏ, ਤਾਂ ਵੀ ਨਹੀਂ ਛੱਡਿਆ ਵੀ ਡਿਪੋਰਟ ਹੀ ਹੋਏ ਆ। ਈਵਨ ਕੇਸ ਅੰਦਰ ਮਤਲਬ ਜਿਹੜੇ ਹੈਗੇ ਮਤਲਬ ਬੰਦੇ ਲੜਦੇ ਸੀ ਪੂਰੇ, ਚਾਹੇ ਅਪੀਲਾਂ ਚੱਲ ਜਾਏ, ਜਿੱਥੇ ਮਰਜ਼ੀ ਉਹ ਛੱਡਦੇ ਨਹੀਂ ਸੀ, ਭਾਵੇਂ 2 ਸਾਲ ਬੈਠਾ ਰਹੇ ਜੇਲ੍ਹ 'ਚ। ਫਿਰ ਇਹਨਾਂ ਨੇ ਇੱਕ ਨਵੀਂ ਸਕੀਮ ਬਣਾਈ ਵੀ ਕ੍ਰੈਡੀਬਲ ਫੀਅਰ 'ਚੋਂ ਫੇਲ ਕਰ ਦਿਓ, ਉਹ ਪਹਿਲਾਂ ਹੀ ਫੇਲ ਕਰ ਦਿੱਤਾ, ਕੇਸ ਅੱਗੇ ਜਾਵੇ ਹੀ ਨਾ। ਉਹਦੇ ਮੁਕਾਬਲੇ 'ਚ ਹੁਣ ਤਾਂ ਉਹਦੇ ਨਾਲੋਂ ਤਾਂ ਬਹੁਤ ਜ਼ਿਆਦਾ ਨਰਮੀ ਆ ਜੇ ਆਪਾਂ ਉਹ ਟਾਈਮ ਨਾਲ ਦੇਖੀਏ। ਲੇਕਿਨ ਜੇ ਆਪਾਂ ਪਿਛਲੇ ਸਮੇਂ ਤੋਂ ਦੇਖੀਏ ਵੀ ਜਿਵੇਂ ਆਹ ਸਾਲ 'ਚ ਆਪਾਂ ਦੇਖ ਲਈਏ ਵੀ ਜਿਹੜਾ ਆਹ ਸਾਲ ਦੇ ਬਿਗਨਿੰਗ 'ਚ ਸੀਗਾ ਜਾਂ ਹੋਣਾ, ਉਹਦੇ ਮੁਕਾਬਲੇ ਸਖਤੀ ਆ। ਪਹਿਲਾਂ ਕੀ ਹੁੰਦਾ ਸੀ ਵੀ ਜਿਹੜਾ ਆ ਗਿਆ ਉਹ 'ਚੋਂ ਜ਼ਿਆਦਾ ਬੰਦਿਆਂ ਦੇ ਬਿਆਨ ਹੁੰਦੇ ਨਹੀਂ ਸੀ,
ਇਹ ਕੈਂਪਾਂ 'ਚ ਲੈ ਜਾਂਦੇ ਸੀ ਜਾਂ ਜਿਹੜੇ ਇਮੀਗ੍ਰੇਸ਼ਨ ਦੇ ਆਪਾਂ ਜੇਲ੍ਹਾਂ ਕਹਿ ਲਓ ਜਿਹੜੇ ਹੈਗੇ ਡਿਟੈਂਸ਼ਨ ਸੈਂਟਰ, ਉਹਦੇ ਵਿੱਚ ਜਾ ਕੇ ਇੰਟਰਵਿਊ ਹੋ ਗਈ, ਉਹਨੂੰ ਬੰਦੇ ਨੂੰ ਜਾਣੀ ਕਿ ਵੀ ਚਾਹੇ ਬਿਆਨ ਲਓ ਜਾਂ ਨਾ ਲਓ, ਉਹਨੂੰ ਛੱਡਦੇ ਸੀ ਬੌਂਡ 'ਤੇ। ਜਿਹੜੀ ਆਈਸ ਹੈਗੀ ਉਹ 3000 ਦਾ ਬੌਂਡ ਕਰਦੀ ਆ ਬਿਨਾਂ ਬੌਂਡ ਤੋਂ ਵੀ। ਹੁਣ ਥੋੜ੍ਹੀ ਜਿਹੀ ਕਈ ਸੈਂਟਰਾਂ ਦੇ ਵਿੱਚ ਚੇਂਜ ਆਈ ਆ, ਜਿਨ੍ਹਾਂ ਵਿੱਚ ਕਿ ਇੱਕ ਤਾਂ ਹੈਗਾ ਜਿਹੜਾ ਕੈਲੀਫੋਰਨੀਆ ਦਾ ਸੈਂਟਰ ਆ ਕਲੈਕਸੀਕੋ, ਇੱਕ ਸੈਨ ਡਿਏਗੋ ਆ ਕੈਲੀਫੋਰਨੀਆ 'ਚ, ਇੱਕ ਲੂਜ਼ੀਆਨਾ ਵਾਲਾ ਵੀ ਹੈਗਾ ਕੈਲੀਫੋਰਨੀਆ ਤੋਂ ਬਾਹਰ, ਤੇ ਜਾਰਜੀਆ। ਇਹਨਾਂ ਦੇ ਵਿੱਚ ਜਿਹੜੇ ਬੰਦੇ ਚਲੇ ਜਾਂਦੇ ਆ ਉਹਨਾਂ ਦੇ ਬਿਆਨ ਹੁੰਦੇ ਆ, ਤੇ ਜੇ ਬਿਆਨ 'ਚੋਂ ਫੇਲ ਹੋ ਜਾਣ, ਜਿਵੇਂ ਉਹ ਪਹਿਲਾਂ ਟਰੰਪ ਵੇਲੇ ਹੁੰਦੇ ਸੀ ਉੱਦਾਂ ਫੇਲ ਕਰਨ ਲੱਗ ਗਏ ਬਿਆਨਾਂ 'ਚ, ਤਾਂ ਫਿਰ ਉਸ ਤੋਂ ਬਾਅਦ ਇਮੀਗ੍ਰੇਸ਼ਨ ਜੱਜ ਅੱਗੇ ਇੱਕ ਇੰਟਰਵਿਊ ਹੁੰਦੀ, ਜੇ ਉੱਥੇ ਵੀ ਫੇਲ ਹੋ ਜਾਵੇ ਤਾਂ ਫਿਰ ਉਸ ਤੋਂ ਬਾਅਦ ਬੰਦਾ ਕੁਝ ਨਹੀਂ ਕਰ ਸਕਦਾ, ਉਹਦਾ ਕੇਸ ਅੱਗੇ ਜਿਹੜਾ ਹੈਗਾ ਉਹ ਜਿਹਨੂੰ ਕਹਿ ਲਓ ਵੀ ਚਲਿਆ ਜਾਂਦਾ, ਨਾ ਅਪੀਲ ਨਾ ਦਲੀਲ, ਡੈਪੂਟੇਸ਼ਨ ਲੱਗ ਜਾਂਦੀ ਆ। ਇਹ 'ਚ ਕੋਈ ਅਪੀਲ ਨਹੀਂ। ਜੇ ਬਿਆਨ ਪਾਸ ਹੋ ਜਾਣ ਤਾਂ ਉਹ ਬੰਦਾ ਫਿਰ ਉਸ ਤੋਂ ਬਾਅਦ ਆਪਣਾ ਕੇਸ ਅੰਦਰ ਲੜ ਸਕਦਾ। ਪਰ ਕਈ ਜੱਜ ਅੰਦਰੋਂ ਬੌਂਡ ਡਿਨਾਈ ਕਰ ਰਹੇ ਆ, ਕੇਸ ਅੰਦਰ ਹੀ ਲੜੋ, ਇਹ ਵੀ ਆ। ਪਰ ਜਿਹੜੇ ਐਰੀਜ਼ੋਨਾ ਵਗੈਰਾ ਤੋਂ ਆਉਂਦੇ ਆ ਜਾਂ ਹੋਰ ਜਗ੍ਹਾ 'ਤੇ ਉੱਥੇ ਬੌਂਡ ਹੋ ਰਹੇ ਆ, ਕਈਆਂ ਨੂੰ ਤਾਂ ਬਿਨਾਂ ਬੌਂਡ ਤੋਂ ਛੱਡ ਦਿੰਦੇ। ਅੱਛਾ, ਹੁਣ ਕਈ ਇਹ ਵੀ ਸਿਸਟਮ ਆ ਵੀ ਕਈਆਂ ਨੂੰ ਪੋਸਟ ਤੋਂ ਹੀ ਜਦੋਂ ਬੰਦਾ ਐਂਟਰ ਕਰਦਾ ਉੱਥੇ ਫੜਿਆ ਜਾਂਦਾ ਪਹਿਲੀ ਜਗ੍ਹਾ, ਜਿਹਨੂੰ ਚੌਂਕੀ ਕਹਿੰਦੇ ਆਪਣੇ ਬੰਦੇ, ਉਹ ਜਿਹੜੀ ਪੋਸਟ ਆ ਉੱਥੋਂ ਹੀ ਛੱਡ ਦਿੰਦੇ ਆ ਬਿਨਾਂ ਮਤਲਬ ਜਿਹਨੂੰ ਕਹਿ ਲਓ ਬੌਂਡ ਤੋਂ ਉੱਦਾਂ ਹੀ। ਇਹ ਵੀ ਹੋ ਰਿਹਾ। ਕਈ ਜਿਹੜੇ ਹੁਣ ਫੈਮਲੀਆਂ ਨਾਲ ਆਉਂਦੇ ਆ ਬੰਦੇ, ਜਿਵੇਂ ਹੁਣ ਕਈ ਹਸਬੈਂਡ ਵਾਈਫ ਤੇ ਬੱਚੇ ਛੋਟੇ ਆ, ਉਹਨਾਂ ਵਾਸਤੇ ਵੱਡੀ ਰਾਹਤ ਹੈਗੀ ਆ। ਉਹਨਾਂ ਨੂੰ ਇਹ 72 ਘੰਟੇ ਦੇ ਵਿੱਚ ਰਿਲੀਜ਼ ਕਰ ਦਿੰਦੇ ਆ, ਮਤਲਬ ਕਿਸੇ ਗਰੰਟਰ ਕੋਲ ਕੋਈ ਬਿਆਨ ਨਹੀਂ ਹੁੰਦੇ, ਕੁਝ ਨਹੀਂ ਹੁੰਦੇ। ਉਹਨਾਂ ਵਾਸਤੇ ਜਿਹੜੀ ਨਰਮੀ ਇਹ ਸਰਕਾਰ ਨੇ ਕੀਤੀ ਆ ਉਹ ਸਟਿਲ ਬਰਕਰਾਰ ਆ। ਮਤਲਬ ਜਿਹੜੇ ਬੰਦੇ ਛੋਟੇ ਬੱਚਿਆਂ ਨਾਲ ਆਉਂਦੇ ਅਮਰੀਕਾ 'ਚ ਐਂਟਰ ਹੁੰਦੇ, ਜਿਹੜੇ 18 ਸਾਲ ਤੋਂ ਘੱਟ ਬੱਚੇ ਆ, ਉਹਨਾਂ ਨੂੰ ਇੱਕ ਤਾਂ ਅੱਡ ਨਹੀਂ ਕਰਦੇ ਜਿਵੇਂ ਪਹਿਲਾਂ ਕੀਤੇ ਸੀ ਟਰੰਪ ਨੇ। ਦੂਜਾ ਇਹ ਆ ਵੀ ਉਹਨਾਂ ਦੀ ਜਿਹੜੀ ਉਹ ਹੈਗੀ ਆ ਜੋ ਵੀ ਹੁੰਦੀ ਆ ਉਹਨਾਂ ਦੀ ਮਤਲਬ ਬਿਆਨ ਤਾਂ ਨਹੀਂ ਹੁੰਦੇ ਖੈਰ ਕ੍ਰੈਡੀਬਲ, ਪਰ ਜੋ ਪੁੱਛਦੇ ਆ ਇਨੀਸ਼ੀਅਲ ਸਵਾਲ ਜਵਾਬ ਉਹ ਪੁੱਛ ਕੇ 72 ਘੰਟੇ ਦੇ ਵਿੱਚ ਉਹਨਾਂ ਨੂੰ ਰਿਲੀਜ਼ ਕਰ ਦਿੰਦੇ ਕਿਸੇ ਗਰੰਟਰ ਕੋਲ। ਉਹਨਾਂ ਲਈ ਨਰਮੀ ਅਜੇ ਵੀ ਹੈਗੀ। ਓਕੇ, ਇਹ ਤਾਂ ਦੋਸਤੋ ਸੀਗੇ ਕੁਛ ਉਹ ਗੱਲਾਂ ਜਿਹੜੀਆਂ ਕਿ ਇੱਥੇ ਰਾਜਨੀਤੀ ਨਾਲ ਸੰਬੰਧਿਤ ਹੁੰਦੀਆਂ, ਇਮੀਗ੍ਰੇਸ਼ਨ ਨਾਲ ਸੰਬੰਧਿਤ ਹੁੰਦੀਆਂ, ਜਿਹੜੀਆਂ ਕਿ ਹਰ ਉਸ ਬੰਦੇ ਨੂੰ ਲੋੜ ਪੈਂਦੀ ਆ ਜਿਹੜੇ ਕਿ ਇੱਥੇ ਰਹਿੰਦੇ ਵੀ ਆ ਤੇ ਜਾਂ ਜਿਨ੍ਹਾਂ ਨੇ ਹਾਲੇ ਆਉਣਾ ਵੀ ਆ। ਇਸ ਦੇ ਨਾਲ ਨਾਲ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਸਾਡੇ ਤੱਕ ਤੁਹਾਡੇ ਵੱਲੋਂ ਇਮੀਗ੍ਰੇਸ਼ਨ ਸੰਬੰਧੀ ਜਿਹੜੇ ਹੁੰਦੇ ਆ ਉਹ ਪਹੁੰਚਦੇ ਆ। ਉਸ ਦੇ ਸਵਾਲ ਉਹਨਾਂ ਸਵਾਲਾਂ ਦਾ ਜਵਾਬ ਜਿਹੜਾ ਉਸ ਦਾ ਜਸਪ੍ਰੀਤ ਸਿੰਘ ਹੋਰਾਂ ਕੋਲ ਲੈ ਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ। ਜਸਪ੍ਰੀਤ ਸਿੰਘ ਜੀ, ਪਹਿਲਾ ਜਿਹੜਾ ਸਵਾਲ ਹੈਗਾ ਉਹ ਹੈਗਾ ਜੀ, ਉਹ ਲਿਖ ਰਿਹਾ ਮੇਰੀ ਪੀਡੀ ਜਿਹੜੀ ਆ ਮਾਰਚ 'ਚ F3 ਵੀਜ਼ੇ ਦੀ ਸੀਗੀ, 6 ਮਹੀਨੇ ਪਹਿਲਾਂ ਮੈਂ ਕੈਟਾਗਰੀ ਚੇਂਜ ਕਰਕੇ F3 ਤੋਂ F1 ਕਰ ਦਿੱਤੀ ਆ। ਮੈਨੂੰ ਮੇਲ ਆਈ ਹੈ ਕਿ ਮੇਰੀ ਨਵੀਂ ਕੈਟਾਗਰੀ F1 ਹੋ ਗਈ ਹੈ। ਕੀ ਜਿਹੜੀ ਮੇਰੀ ਪਹਿਲੀ ਪੀਡੀ ਉਹ ਕਰੰਟ ਰਹੂਗੀ ਕਿ ਉਹ ਖਤਮ ਹੋ ਜੂਗੀ? ਉਹ ਚੇਂਜ ਹੋਊਗੀ ਜੀ। F1 ਕੈਟਾਗਰੀ ਜਿਹੜੀ ਹੈਗੀ ਆ ਇਹ ਬੇਸਿਕਲੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਅਨਮੈਰਿਡ ਸਨਸ ਐਂਡ ਡਾਟਰਸ ਆਫ US ਸਿਟੀਜ਼ਨਸ ਨੇ ਓਵਰ 21। ਇਹਨਾਂ ਦਾ ਪਹਿਲਾਂ ਮਤਲਬ ਇਹ ਲੱਗਦਾ ਮੈਨੂੰ ਵੀ ਇਹ ਗ੍ਰੀਨ ਕਾਰਡ ਹੋਲਡਰ ਹੋਣਗੇ, ਤੇ ਇਹਨਾਂ ਨੇ ਗ੍ਰੀਨ ਕਾਰਡ ਹੋਲਡਰ 'ਤੇ ਅਪਲਾਈ ਕੀਤਾ ਹੋਣਾ ਆਪਣੇ ਬੱਚਿਆਂ ਦਾ, ਤੇ ਉਸ ਤੋਂ ਬਾਅਦ ਇਹ ਜਿਹੜੀ ਕੈਟਾਗਰੀ ਹੈਗੀ ਹੈ ਜਦੋਂ ਸਿਟੀਜ਼ਨ ਬਣ ਗਏ ਤਾਂ F1 ਹੋ ਗਈ। ਸੋ ਗ੍ਰੀਨ ਕਾਰਡ ਹੋਲਡਰ ਜਿਹੜਾ ਹੈਗਾ ਅਨਮੈਰਿਡ ਸਨਸ ਐਂਡ ਡਾਟਰਸ 21 ਆਫ ਪਰਮਾਨੈਂਟ ਰੈਜ਼ੀਡੈਂਟਸ, ਉਹਨਾਂ ਦੀ ਜਿਹੜੀ ਕੈਟਾਗਰੀ ਆ ਉਹਦੇ ਵਿੱਚ ਜਿਹੜਾ ਚੱਲ ਰਿਹਾ ਜੀ ਹੁਣ 22 ਸਤੰਬਰ 2015, F1 ਚੱਲ ਰਿਹਾ 1 ਦਸੰਬਰ 2014। ਉਹਨਾਂ ਸਵਾਲ ਨਾਲ ਇਹ ਵੀ ਹੈ ਵੀ ਜਿਹੜੀ ਪਹਿਲਾ ਕੈਟਾਗਰੀ ਸੀ ਜਿਹੜੀ ਉਹਨਾਂ ਦੀ ਅਪਲਾਈ ਕੀਤੀ ਸੀ ਉਹ ਖਤਮ ਹੋ ਜੂਗੀ ਕਿ ਉਹ ਬਰਕਰਾਰ ਚੇਂਜ ਹੋਊਗੀ? ਜਦੋਂ ਤੁਸੀਂ ਸਿਟੀਜ਼ਨ ਬਣ ਗਏ, ਤੁਸੀਂ ਅਪਗ੍ਰੇਡ ਕਰਤਾ ਤਾਂ ਕੇਸ ਤੁਹਾਡਾ F2B ਕੈਟਾਗਰੀ 'ਚੋਂ ਨਿਕਲ ਕੇ F1 'ਚ ਆ ਗਿਆ। F1 ਹੁਣ ਪਿੱਛੇ ਚੱਲ ਰਹੀ ਆ ਜਿਹੜੀ ਗੱਲ ਦੇਖਣ ਵਾਲੀ। F1 ਚੱਲ ਰਿਹਾ 1 ਦਸੰਬਰ 2014, F2B ਆ 22 ਸਤੰਬਰ। F3 ਸੀਗਾ ਜੀ ਕਹਿੰਦੇ। F3 ਜਿਹੜੀ ਕੈਟਾਗਰੀ ਆ ਉਹਦੇ 'ਚ ਉਹ 'ਚ F1 ਨਹੀਂ ਹੋ ਸਕਦਾ, ਕਿਉਂਕਿ ਜਿਹੜੀ F3 ਕੈਟਾਗਰੀ ਆ ਉਹ ਹੈਗੀ ਆ ਜਦੋਂ ਜਿਹੜੇ ਪੇਰੈਂਟਸ ਆਪਣੇ ਮੈਰਿਡ ਬੱਚਿਆਂ ਦਾ ਅਪਲਾਈ ਕਰਦੇ ਆ ਉਹਦੇ 'ਚ ਤਾਂ ਜਿਹੜਾ ਮੈਰਿਡ ਬੱਚਾ ਉਹਦਾ ਮੈਰਿਡ ਹੀ ਰਹੂਗਾ, ਠੀਕ ਹੈ ਨਾ। ਪਰ ਜੇ ਇਹਨਾਂ ਨੇ ਕੀ ਕੀਤਾ ਵੀ ਇਹ ਵੀ ਹੋ ਸਕਦਾ ਇਹਨਾਂ ਦੇ ਕੇਸ ਦੇ ਵਿੱਚ ਵੀ ਇਹ ਮੈਰਿਡ ਸੀ, ਬਾਅਦ 'ਚ ਡਿਵੋਰਸ ਹੋ ਗਿਆ ਇਹਨਾਂ ਦਾ, ਠੀਕ ਹੈ। ਡਿਵੋਰਸ ਹੋਣ ਤੋਂ ਬਾਅਦ ਇਹ ਹੋ ਗਏ ਸਿੰਗਲ, ਉਦੋਂ ਬਾਅਦ ਇਹਨਾਂ ਨੇ ਚੇਂਜ ਕਰਤੀ ਦੁਬਾਰਾ। ਜੇ ਉਹ ਇਮੀਗ੍ਰੇਸ਼ਨ ਚੇਂਜ ਕਰ ਦੇਵੇ ਤਾਂ ਇਹਨਾਂ ਨੂੰ ਉਹਦਾ ਵੱਡਾ ਬੈਨੀਫਿਟ ਮਿਲੂਗਾ, ਕਿਉਂਕਿ ਜਿਹੜੀ F3 ਕੈਟਾਗਰੀ ਆ 2008 ਚੱਲ ਰਿਹਾ ਉੱਥੇ, ਜਿਹੜੀ F1 ਕੈਟਾਗਰੀ ਆ 2014 ਚੱਲ ਰਿਹਾ। ਸੋ ਇਸ ਕਰਕੇ ਉਹ ਕਈ ਸਾਲਾਂ ਦਾ ਫਰਕ ਪੈ ਜਾਊਗਾ। ਬਹੁਤ ਅੱਛੇ। ਅਗਲਾ ਸਵਾਲ ਹੈਗਾ ਜੀ, ਕਹਿੰਦੇ ਵਰਕ ਪਰਮਿਟ ਅਪਲਾਈ ਕਰਨਾ ਸੀਗਾ ਸਾਨੂੰ, ਕਹਿੰਦੇ ਹਾਲੇ ਇਹ ਨਹੀਂ ਪਤਾ ਵੀ ਮੈਂਬਰਸ਼ਿਪ ਕੀ ਹੁੰਦੀ ਹੈ, ਉਹਦਾ ਕੀ ਪ੍ਰੋਸੀਜਰ, ਕਿਵੇਂ ਅਪਲਾਈ ਕੀਤਾ ਜਾਂਦਾ? ਰੰਧਾਵਾ ਸਾਹਿਬ, ਜਿਹੜੀ ਮੈਂਬਰਸ਼ਿਪ ਹੈਗੀ ਆ ਉਹ ਹੁੰਦੀ ASAP ਦੀ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜਿਹੜੀ ਕੇਸ ਲੜਦੀ, ਜਿਹੜਾ ਟਰੰਪ ਦੇ ਏਰੀਏ ਦੇ ਵਿੱਚ ਜਿਹੜੀਆਂ ਟਰੰਪ ਦੀਆਂ ਨੀਤੀਆਂ ਦੇ ਖਿਲਾਫ ਬਹੁਤ ਕੇਸ ਲੜੇ। ਅਸੀਂ ਵੀ ਮੈਂਬਰ ਹਾਂ ਉਹਦੇ, ਤੇ ਅਸੀਂ ਉਹਨੂੰ ਡੋਨੇਟ ਕਰਦੇ ਹਾਂ, ਉਹਦੇ ਮੈਂਬਰ ਹੈਗੇ ਆ। ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ
ਉਹਨੇ ਹੀ ਲੜ ਕੇ ਜਦੋਂ ਟਰੰਪ ਨੇ ਕਿਹਾ ਸੀ 1 ਸਾਲ ਵਰਕ ਪਰਮਿਟ ਨਹੀਂ ਮਿਲੂਗਾ, ਇਹਨਾਂ ਨੇ ਕੋਰਟ 'ਚ ਕੇਸ ਕੀਤਾ ਤੇ ਵੀ 6 ਮਹੀਨੇ ਰਹਿਣਾ ਚਾਹੀਦਾ, ਸੋ ਸਾਲ ਦੀ ਬਜਾਏ ਵੀ ਸਾਲ ਤੱਕ ਤੋਂ ਕੀ ਨਹੀਂ ਬਣਦੀ ਵੀ ਸਾਲ ਵਰਕ ਪਰਮਿਟ ਨਾ ਬਣੇ, ਬੰਦਾ ਕੰਮ ਕਿਵੇਂ ਕਰੂ, ਜੇ ਕਰੂਗਾ ਤਾਂ ਅੰਡਰ ਦਾ ਟੇਬਲ ਕਰੂਗਾ। ਉਹ ਕੋਰਟ ਨੇ ਸਟੇ ਕਰਤੀ ਇਹਦੇ ਮੈਂਬਰਾਂ ਨੂੰ ਵੀ ਜਿਹੜਾ ASAP ਦਾ ਮੈਂਬਰ ਆ ਉਹ 6 ਮਹੀਨੇ ਬਾਅਦ ਕਰ ਸਕਦਾ। ਉਹਦੇ ਕਰਕੇ ਅਸੀਂ ਕੀ ਕਰਦੇ ਹਾਂ ਵੀ ਜਦੋਂ ਕਿਸੇ ਦਾ 6 ਮਹੀਨੇ ਦਾ ਟਾਈਮ ਪੂਰਾ ਹੋ ਜਾਂਦਾ ਵਰਕ ਪਰਮਿਟ ਲੈਣ ਲਈ 180 ਦਿਨ ਦਾ ਕਲੌਕ, ਤਾਂ ਉਹਦੀ ASAP ਦੀ ਮੈਂਬਰਸ਼ਿਪ ਲਈ ਜਾਂਦੀ ਹੈ, ਉਹ ਲੈ ਕੇ ਅਪਲਾਈ ਕਰਦੇ ਆ, ਉਹਨੂੰ 6 ਮਹੀਨੇ ਬਾਅਦ ਵਰਕ ਪਰਮਿਟ ਮਿਲ ਜਾਂਦਾ। ਮਤਲਬ ਅਟਾਰਨੀ ਦੇ ਥਰੂ ਹੀ ਹੋਣੀ ਹੈ ਜੇ? ਅਟਾਰਨੀ ਦੇ ਥਰੂ ਹੋਣੀ ਹੈ। ਜੀ ਜੀ। ਅਗਲਾ ਸਵਾਲ ਹੈਗਾ ਜੀ, ਕਹਿੰਦੇ ਵੀ F4 ਕੈਟਾਗਰੀ 'ਚ ਸਾਡੇ ਬੱਚੇ ਜਿਹੜੇ ਆ ਉਹ ਇੰਟਰਵਿਊ ਵੇਲੇ 21 ਸਾਲ ਦੇ ਹੋ ਜਾਣੇ ਆ, ਤੇ ਉਹਦੇ ਲਈ ਕੋਈ ਕੀ ਤਰੀਕਾ ਹੈਗਾ? ਕੋਈ ਉਹ ਕਹਿੰਦੇ ਉਹ ਕੋਈ ਤੁਸੀਂ ਕੋਈ ਇੱਕ ਸਿਸਟਮ ਦੱਸਦੇ ਹੁੰਦੇ, ਉਹਦੇ ਬਾਰੇ ਪੁੱਛਦੇ ਆ। ਪਹਿਲਾਂ ਤਾਂ ਰੰਧਾਵਾ ਸਾਹਿਬ ਅੱਜ ਕੱਲ੍ਹ ਸਖਤੀ ਆ ਉਹਦੇ 'ਚ ਵੀ, ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਜਿਹੜਾ ਉਹ ਇਹਨੂੰ ਕਵਰ ਕਰਦਾ, ਉਹਦੇ ਅੰਡਰ ਜੇ ਆਵੇ ਤਾਂ ਵਾਰੀ ਆ ਜਾਂਦੀ ਆ। ਪਰ ਹੁਣ ਜਿਹੜਾ ਮੈਂ ਪਿਛਲੇ 6 ਮਹੀਨੇ 8 ਤੋਂ ਦੇਖ ਰਿਹਾ ਕਿ ਜਿਹੜੀ ਅੰਬੈਸੀਆਂ ਹੈਗੀਆਂ ਉੱਥੇ ਖਾਸ ਕਰਕੇ ਇੰਡੀਆ ਦੇ ਵਿੱਚ, ਉਹ ਨਹੀਂ ਇਹਨੂੰ ਆਨਰ ਕਰ ਰਹੀਆਂ। ਜੇ ਬੱਚਾ ਓਵਰ ਹੋ ਜਾਂਦਾ ਉਹਨੂੰ ਨਹੀਂ ਵੀਜ਼ਾ ਦੇ ਰਹੇ, ਜਿਹੜੇ ਹੁਣ ਆ ਰਹੇ ਆ, ਪਹਿਲਾਂ ਦੇ ਦਿੰਦੇ ਸੀ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ, ਇਹ ਪਤਾ ਨਹੀਂ ਕਿਉਂ ਚੇਂਜ ਆ। ਲੇਕਿਨ ਲੀਗਲੀ ਇਹ ਹੈਗਾ ਵੀ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਇੱਕ ਹੈਗਾ, ਉਹ ਕਵਰ ਕਰਦਾ, ਉਹਦੀ ਹੁੰਦੀ ਹੈ ਕੈਲਕੂਲੇਸ਼ਨ। ਉਹ 'ਚ ਦੇਖਣਾ ਪੈਂਦਾ ਵੀ ਜਦੋਂ ਕੇਸ ਅਪਲਾਈ ਹੋਇਆ ਉਦੋਂ ਕੀ ਟਾਈਮ ਸੀ, ਉਹਦੀ ਅਪਰੂਵਲ ਕਦੋਂ ਆਈ, ਜਦੋਂ ਫਿਰ ਤੁਹਾਡੀ ਡੇਟ ਕਰੰਟ ਹੋ ਗਈ ਉਸ ਟਾਈਮ ਬੱਚੇ ਦੀ ਕਿੰਨੀ ਉਮਰ ਆ। ਜਿਹੜਾ ਅਪਲਾਈ ਤੇ ਅਪਰੂਵਲ ਦੇ ਵਿੱਚ ਟਾਈਮ ਆ, ਜੇ ਅਪਲਾਈ ਲਿਖ ਕਰੋ ਅਪਲਾਈ ਕਿਸੇ ਨੇ 2005 'ਚ ਕੀਤਾ, ਅਪਰੂਵਲ 2007 'ਚ ਆਈ, ਤਾਂ ਜਿਹੜਾ 2 ਸਾਲ ਦਾ ਟਾਈਮ ਹੈ ਵਿੱਚ, ਉਹ ਟਾਈਮ ਬੱਚੇ ਦੀ ਉਮਰ 'ਚੋਂ ਕੱਢਿਆ ਜਾਊਗਾ। ਜੇ ਉਹ ਬੱਚੇ ਦੀ ਉਮਰ 21 ਤੋਂ ਘੱਟ ਰਹਿ ਜਾਂਦੀ ਹੈ ਕੱਢ ਕੇ, ਉਹ ਭਾਵੇਂ 23 ਸਾਲ ਦਾ ਜੋ, ਤਾਂ ਉਹਨੂੰ ਵੀਜ਼ਾ ਮਿਲ ਜੂਗਾ ਇਹ ਤਰੀਕਾ। ਅਗਲਾ ਸਵਾਲ ਹੈ ਜੀ, ਉਹ ਕਹਿੰਦੇ ਵੀ ਮੇਰੇ ਜਿਹੜੇ ਗ੍ਰੈਂਡ ਪੇਰੈਂਟਸ ਆ USA ਦੇ ਸਿਟੀਜ਼ਨ ਆ ਤੇ ਮੇਰੀ ਉਮਰ 18 ਸਾਲ ਤੋਂ ਘੱਟ ਆ, ਕੀ ਉਹ ਮੈਨੂੰ US ਵਿੱਚ ਸਟੱਡੀ ਵੀਜ਼ੇ ਤੇ ਸੱਦ ਸਕਦੇ ਕਿਸੇ ਤਰੀਕੇ ਨਾਲ? ਨਹੀਂ, ਸਟੱਡੀ ਵੀਜ਼ੇ ਤੇ ਤਾਂ ਕੋਈ ਵੀ ਅਪਲਾਈ ਕਰ ਸਕਦਾ, ਆਪ ਵੀ ਕਰ ਸਕਦੇ ਆ, ਪਰ ਪ੍ਰੋਬਲਮ ਇਹ ਹੋਣੀ ਆ, ਪਰ ਜੇ ਇਹਨਾਂ ਦੀ ਪੇਰੈਂਟਸ, ਪਰ ਜੇ ਪਟੀਸ਼ਨ ਹੋਈ ਆ ਫਿਰ ਉਹ ਮਿਲਣ ਦੀ ਉਮੀਦ ਘੱਟ ਆ। ਵੀ ਜੇ ਗ੍ਰੈਂਡ ਪੇਰੈਂਟਸ ਨੇ ਫਰਜ਼ ਕਰੋ ਇਹਦੇ ਪੇਰੈਂਟਸ ਲਈ ਅਪਲਾਈ ਕੀਤਾ ਤੇ ਇਹ ਪੇਰੈਂਟਸ ਦੇ ਨਾਲ ਡਿਰਿਵਟਿਵ ਆ ਆਪਣਾ, ਤਾਂ ਫਿਰ ਉਹਨੂੰ ਲੱਗੂਗਾ ਵੀ ਇਹਦਾ ਇਮੀਗ੍ਰੈਂਟ ਪਟੀਸ਼ਨ ਹੋਈ ਇਹਨਾਂ ਦੀ। ਪਰ ਜੇ ਕਿਸੇ ਨੇ ਕੋਈ ਪਟੀਸ਼ਨ ਨਹੀਂ ਕੀਤੀ ਫਿਰ ਇਹ ਸਟੂਡੈਂਟ ਵੀਜ਼ਾ ਲਈ ਅਪਲਾਈ ਕਰ ਸਕਦੇ। ਜੀ ਜੀ। ਅਗਲਾ ਸਵਾਲ ਹੈ ਜੀ, B1 B2 ਵੀਜ਼ੇ ਤੇ ਟੂਰਿਸਟ ਵੀਜ਼ਾ ਦੀ ਇੰਟਰਵਿਊ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਗਈ ਆ, ਉਹਦਾ ਸਮਾਂ ਜਿਹੜਾ ਇੰਟਰਵਿਊ ਬਹੁਤ ਲੇਟ ਹੁੰਦੀ ਆ। ਕੀ ਕੋਈ ਤਰੀਕਾ ਹੈ ਜਿਸ ਨਾਲ ਇੰਟਰਵਿਊ ਜਲਦ ਮਿਲ ਸਕੇ? ਕੋਈ ਤਰੀਕਾ ਨਹੀਂ ਟਰਾਈ ਕਰਨ ਦਾ, ਇਹ 1.5-2 ਸਾਲ ਦੀ ਵੇਟ ਚੱਲ ਰਹੀ ਹੈ ਇੰਡੀਆ 'ਚ, ਸੋ ਇਸ ਕਰਕੇ ਇਹਦਾ ਕੋਈ ਤਰੀਕਾ ਨਹੀਂ। ਟਰਾਈ ਹੋਈ ਆ, ਪਰ ਟਰਾਈ ਕਰਕੇ ਜੇ ਕਿਤੇ ਕੋਈ ਸਲੋਟ ਨਿਕਲਿਆ ਹੋਵੇ ਤਾਂ। ਉਹ ਕਹਿੰਦੇ ਜੀ, ਅਗਲਾ ਸਵਾਲ ਕਰਦੇ ਆ ਸਾਡੇ ਦਰਸ਼ਕ, ਮੇਰੀ ਮਾਂ ਕਹਿੰਦਾ US ਦੀ ਗ੍ਰੀਨ ਕਾਰਡ ਹੋਲਡਰ ਆ, ਉਹ ਹੁਣ ਇੰਡੀਆ ਓਵਰਸਟੇ ਹੋ ਗਈ ਆ, ਕੀ ਕੋਈ ਐਸਾ ਤਰੀਕਾ ਹੈ ਕਿ ਅਸੀਂ ਉਹਨਾਂ ਨੂੰ ਇੱਥੇ ਵਾਪਸ ਲਿਆ ਸਕੀਏ? ਹਾਂ, ਇਹਦੇ 'ਚ ਦੇਖੋ, ਜੇ ਓਵਰਸਟੇ ਹੋ ਗਏ ਆ ਤੇ ਅੰਬੈਸੀ ਨਾਲ ਕੰਟੈਕਟ ਕਰਨਾ ਪੈਣਾ ਇਹਨਾਂ ਨੂੰ, ਤੇ US ਅੰਬੈਸੀ ਅਲਾਓ ਕਰ ਸਕਦੀ ਆ ਕਿ ਉਹਦੇ ਕੋਈ ਨਾ ਕੋਈ ਰੀਜ਼ਨ ਦੇ ਕੇ ਵੀ ਕੋਵਿਡ ਦੌਰਾਨ ਨਹੀਂ ਆ ਸਕੇ ਜਾਂ ਕਿਵੇਂ ਵੀ ਆ, ਤੇ ਅੰਬੈਸੀ ਜੇ ਅਲਾਓ ਕਰ ਦੇਵੇ ਤਾਂ ਇੱਥੇ ਆ ਸਕਦੇ, ਕੋਈ ਚੱਕਰ ਨਹੀਂ। ਅਗਲਾ ਸਵਾਲ ਸਾਡੇ ਦਰਸ਼ਕ ਪੁੱਛਦੇ ਜੀ ਕਿ ਇੰਡੀਆ ਰਹਿ ਕੇ USA ਦਾ ਜਿਹੜਾ ਵਰਕ ਪਰਮਿਟ ਆ ਉਹ ਅਪਲਾਈ ਕੀਤਾ ਜਾ ਸਕਦਾ, ਤੇ ਜੇ ਕੀਤਾ ਜਾ ਸਕਦਾ ਕਿ ਅਸੀਂ ਮਤਲਬ ਕਿਸ ਤਰੀਕੇ ਨਾਲ ਵੀਜ਼ਾ ਲੈ ਕੇ, ਕਿਸ ਤਰੀਕੇ ਦਾ ਵੀਜ਼ਾ ਲੈ ਕੇ US 'ਚ ਪੱਕੇ ਹੋ ਸਕਦੇ ਹਾਂ? ਨਹੀਂ ਕੀਤਾ ਜਾ ਸਕਦਾ ਜੀ। ਜਿਹੜਾ ਇੰਡੀਆ ਦੇ ਵਿੱਚ ਤੁਸੀਂ ਰਹਿ ਕੇ ਇੱਥੋਂ ਦਾ ਕੋਈ ਵਰਕ ਪਰਮਿਟ ਅਪਲਾਈ ਨਹੀਂ ਕਰ ਸਕਦੇ। ਉਹ ਜਿਵੇਂ ਪੁੱਛਦੇ ਆ ਵੀ ਕੋਈ ਕੰਮ ਕਰਨਾ ਹੋਵੇ ਜਾਂ ਇਸ ਤਰ੍ਹਾਂ ਦਾ ਵੀ? ਉਹ ਇਸ ਤਰ੍ਹਾਂ ਕੰਮ ਕਰਨ ਦੇ ਇੱਥੇ 3 ਪ੍ਰਕਾਰ ਦੇ ਵੀਜ਼ੇ ਆ। ਇੱਕ ਤਾਂ ਹੈਗਾ H1, ਉਹਦੇ ਵਿੱਚ ਲੋਟਰੀ ਆ, ਪਰ ਉਹ ਜ਼ਿਆਦਾ ਹਾਈਲੀ ਕੁਆਲੀਫਾਈਡ ਬੰਦਿਆਂ ਲਈ, ਇੱਥੋਂ ਕੰਪਨੀ ਜਿਵੇਂ ਡਾਕਟਰ ਹੋ ਗਏ, ਇੰਜੀਨੀਅਰ ਹੋ ਗਏ, ਇੱਦਾਂ ਦੇ ਬੰਦਿਆਂ ਲਈ। ਲੇਕਿਨ ਉਹਦੇ ਵਿੱਚ ਵੀ ਲੋਟਰੀ ਆ, ਉਹ ਅਪਲਾਈ ਕੀਤਾ ਜਾਂਦਾ ਜਿਹਦਾ ਨਾਂ ਲੋਟਰੀ 'ਚ ਪਿੱਕ ਹੁੰਦਾ ਉਹ ਆ ਜਾਂਦਾ। ਦੂਜਾ ਹੈਗਾ L1, ਉਹ ਇੰਟਰ ਕੰਪਨੀ ਟਰਾਂਸਫਰ ਵੀਜ਼ਾ, ਜਿਵੇਂ ਕਿਸੇ ਦਾ ਇੰਡੀਆ 'ਚ ਬਿਜ਼ਨਸ ਆ, ਉਹਨੇ ਇੱਥੇ ਬ੍ਰਾਂਚ ਖੋਲ੍ਹਣੀ ਆ ਤੇ ਉਹਨੇ ਆਪਣਾ EMPLOYEE ਜਾਂ ਆਪ ਇੱਥੇ ਆਉਣਾ ਕੰਮ ਕਰਨ ਲਈ, ਉਹ ਵੀ ਇੱਕ ਜਿਹੜਾ ਕੰਮ ਦਾ ਵੀਜ਼ਾ ਹੁੰਦਾ। ਤੀਜਾ ਹੁੰਦਾ R1 ਵੀਜ਼ਾ, ਉਹ ਆ ਜਿਹੜੇ ਗੁਰਦੁਆਰਾਂ ਦੇ, ਆਪਣੇ ਗੁਰਦੁਆਰਾ ਸਾਹਿਬਾਨ ਦੇ ਜਾਂ ਮੰਦਰਾਂ ਦੇ ਜਿਹੜੇ ਵਰਕਰ ਨੇ, ਜਿਹੜੇ R1 ਤੇ ਕਰਦੇ ਆ। R1 ਅਸੀਂ ਹੁਣੇ ਹੀ ਕੀਤਾ ਆਪਣੇ ਜਿਹੜਾ ਹੈਗਾ ਬਰੋਡਸ਼ਾਹ ਗੁਰਦੁਆਰੇ ਤੋਂ, ਕਿ ਉਹਨਾਂ ਦਾ ਇੱਕ ਜਿਹੜੇ ਹੈਗੇ ਆ ਭਾਈ ਸਾਹਿਬ ਆਏ ਆ ਉੱਥੋਂ, ਪਿਛਲੇ ਹਫ਼ਤੇ 10 ਦਿਨ ਪਹਿਲਾਂ ਆਪਾਂ ਹੀ ਕੀਤਾ ਸੀ ਉਹ। ਜੀ ਜੀ। ਸੋ R1 ਤੇ ਜਿਹੜੇ ਵੀਜ਼ੇ ਆ ਉਹ ਹੁੰਦੇ ਆ। ਹੁਣ ਇਸ ਤੋਂ ਇਲਾਵਾ ਜਿਹੜਾ ਬਾਕੀ ਵੀਜ਼ੇ ਨੇ, EB5 ਤਾਂ ਇਨਵੈਸਟਮੈਂਟ ਹੈਗੀ ਆ, ਉਹ ਤਾਂ ਬੇਸਿਕਲੀ ਇਹ ਆ ਵੀ ਤੁਸੀਂ ਇਨਵੈਸਟ ਕਰੋ ਪੈਸੇ, ਤੁਹਾਨੂੰ ਗ੍ਰੀਨ ਕਾਰਡ ਮਿਲ ਜਾਂਦਾ। E2 ਹੁੰਦਾ ਇੱਕ, ਪਰ ਇਹ ਜਿਸ ਕਿਸਮ ਦਾ ਪੁੱਛ ਰਹੇ ਆ ਉਹ ਉਸ ਕਿਸਮ ਦੇ ਵੀਜ਼ੇ ਜਿਵੇਂ ਕੈਨੇਡਾ 'ਚ ਹੈਗੇ ਆ ਜਾਂ ਹੋਰਾਂ ਮੁਲਕਾਂ 'ਚ ਇੱਥੇ ਨਹੀਂ ਹੈਗੇ। ਜੀ ਜੀ। ਸੋ ਇੱਥੇ ਉਹੋ ਜਿਹਾ ਕੋਈ ਸਿਸਟਮ ਨਹੀਂ ਹੈਗਾ ਵੀ ਜਿਵੇਂ ਤੁਸੀਂ ਵਰਕ ਪਰਮਿਟ ਜਿਵੇਂ ਕੈਨੇਡਾ 'ਚ ਹੈਗਾ ਵੀ ਅੱਡ-ਅੱਡ ਕੈਟੇਗਰੀਆਂ ਤੁਸੀਂ ਅਪਲਾਈ ਕਰ ਸਕਦੇ ਹੋ, ਉਹ ਇੱਥੇ ਹੈ ਨਹੀਂ। ਅਗਲਾ ਸਵਾਲ ਸਾਡੇ ਦਰਸ਼ਕ ਪੁੱਛਦੇ ਜੀ, ਕਹਿੰਦੇ 2015 'ਚ ਅਸੀਂ ਅਸਾਈਲਮ ਕੇਸ ਅਪਲਾਈ ਕੀਤਾ ਸੀ, ਕੋਈ ਇੰਟਰਵਿਊ ਨਹੀਂ ਆਈ ਤਾਂ ਅਸੀਂ ਕੀ ਕਰੀਏ ਉਹਦੇ ਲਈ? ਉਹਦੇ ਲਈ ਇਹਨਾਂ ਨੂੰ ਜਾ ਕੇ ਅਸਾਈਲਮ ਆਫਿਸ ਦੇ ਵਿੱਚ ਟਰਾਈ ਕਰਨੀ ਚਾਹੀਦੀ ਇੰਟਰਵਿਊ ਲਈ, ਜਾਂ ਤਾਂ ਉਹਨਾਂ ਨੂੰ ਇਹ ਈਮੇਲ ਕਰਨ, ਲੈਟਰ ਪਾਉਣ, ਜਾਂ ਆਪ ਜਾ ਕੇ ਆਉਣ। ਹੁਣ ਅਸਾਈਲਮ ਆਫਿਸ ਵਾਲੇ ਕਈ ਵਾਰ ਆਪ ਵੀ ਲੈਣ ਲੱਗੇ ਵਾਕ-ਇਨਸ, ਤੇ ਉੱਥੇ ਜਾ ਕੇ ਉਹਨਾਂ ਨੂੰ ਇਹ
ਲਿਖ ਕੇ ਉੱਥੇ ਫਾਰਮ ਦੇ ਦਿੰਦੇ ਆ, ਉਹ ਭਰ ਕੇ ਕਰਨ ਤੇ ਬਾਰ-ਬਾਰ ਜਾਣ, ਉੱਥੋਂ ਇੰਟਰਵਿਊ ਮਿਲ ਸਕਦੀ ਹੈ ਜੀ। ਅਗਲਾ ਸਵਾਲ ਸਾਡੇ ਦਰਸ਼ਕ ਪੁੱਛਦੇ ਆ ਜੀ ਕਿ ਅਸੀਂ USA 'ਚ ਹਾਂ, ਸਾਡਾ ਬੇਟਾ ਇੱਥੇ ਕਹਿੰਦੇ ਸਿਟੀਜ਼ਨ ਤੇ ਅਸੀਂ ਟੂਰਿਸਟ ਵੀਜ਼ੇ ਤੇ ਇੱਥੇ ਆਏ ਸੀ, ਕੀ ਸਾਡਾ ਬੇਟਾ ਸਾਡੇ ਲਈ ਗ੍ਰੀਨ ਕਾਰਡ ਇੱਥੋਂ ਅਪਲਾਈ ਕਰ ਸਕਦਾ? ਹਾਂ, ਜੇ ਬੱਚਾ ਸਿਟੀਜ਼ਨ ਕਰ ਸਕਦਾ, ਜੇ ਬੰਦਾ ਓਵਰਸਟੇ ਵੀ ਹੋ ਜਾਵੇ ਪੇਰੈਂਟ ਤਾਂ ਇੱਥੇ ਮਿਲ ਜਾਂਦਾ, ਕਿਉਂਕਿ ਫਸਟ ਪ੍ਰੈਫਰੈਂਸ ਕੈਟਾਗਰੀ ਹੈ 'ਚ ਓਵਰਸਟੇ ਦਾ ਫਰਕ ਨਹੀਂ ਪੈਂਦਾ। ਜੀ। ਅਗਲਾ ਸਵਾਲ ਹੈ ਜੀ, ਕੀ ਯੂਰਪ ਦੇ ਕਿਸੇ ਕੰਟਰੀ ਦਾ ਜੇ ਸਾਡੇ ਕੋਲ ਪਾਸਪੋਰਟ ਹੋਵੇ, ਕੀ ਅਸੀਂ ਇੱਥੇ ਆਣ ਕੇ ਗ੍ਰੀਨ ਕਾਰਡ ਅਪਲਾਈ ਕਰ ਸਕਦੇ US 'ਚ ਆਣ ਕੇ? ਨਹੀਂ, ਉਹਦਾ ਕੋਈ ਤਰੀਕਾ ਨਹੀਂ। ਇੱਥੇ ਆ ਸਕਦੇ, ਘੁੰਮ ਫਿਰ ਸਕਦੇ ਆ, ਪਰ ਇੱਥੇ ਗ੍ਰੀਨ ਕਾਰਡ ਨਹੀਂ ਅਪਲਾਈ ਕਰ ਸਕਦੇ, ਕੋਈ ਵਰਕ ਪਰਮਿਟ ਨਹੀਂ ਲੈ ਸਕਦੇ। ਅਗਲੇ ਦਰਸ਼ਕ ਸਾਨੂੰ ਪੁੱਛਦੇ ਆ ਜੀ ਕਿ ਕੈਨੇਡਾ ਦਾ ਬਾਰਡਰ ਟੱਪ ਕੇ ਉਹ ਇੱਥੇ ਆਏ ਆ, ਕੀ ਅਸੀਂ ਅਸਾਈਲਮ ਅਪਲਾਈ ਕਰ ਸਕਦੇ ਹਾਂ? ਅਸਾਈਲਮ ਤਾਂ ਕੋਈ ਵੀ ਕਰ ਸਕਦਾ ਅਪਲਾਈ, ਜੇ ਉਹਦੇ ਕੋਲੇ ਗਰਾਊਂਡ ਹੈਗੇ। ਜਿਹੜੇ ਅਸਾਈਲਮ ਦੇ 5 ਗਰਾਊਂਡ ਨੇ, ਜਿਵੇਂ ਪੋਲੀਟੀਕਲ ਓਪੀਨੀਅਨ ਆ, ਨੈਸ਼ਨੈਲਿਟੀ ਆ, ਰੇਸ ਆ, ਮੈਂਬਰਸ਼ਿਪ ਇਨ ਪਰਟੀਕੂਲਰ ਸੋਸ਼ਲ ਗਰੁੱਪ ਆ, ਰਿਲੀਜਨ ਆ, ਉਹਨਾਂ ਦੇ ਵਿੱਚ ਉਹਦਾ ਕੇਸ ਆਉਂਦਾ, ਉਹਨਾਂ ਕੋਲ ਪ੍ਰੂਫ ਹੈਗੇ ਆ ਵੀ ਉੱਥੇ ਪ੍ਰੋਬਲਮ ਸੀਗੀ, ਜਿਹੜੀ ਕੰਟਰੀ ਦੇ ਵੀ ਹੈਗੇ, ਜਿਵੇਂ ਇੰਡੀਆ ਦੇ ਫਰਜ਼ ਕਰੋ, ਪਲੱਸ ਕਿਸੇ ਤੀਸਰੀ ਕੰਟਰੀ ਦੇ ਵਿੱਚ ਨਹੀਂ ਹੋਣੇ ਚਾਹੀਦੇ ਪੱਕੇ, ਜਾਂ ਉੱਥੇ ਪ੍ਰੋਬਲਮ ਵੱਖਰੀ ਆਈ ਹੋਵੇ। ਸੋ ਜੇ ਆਹ ਸਾਰੀਆਂ ਗੱਲਾਂ ਹੈਗੀਆਂ ਤਾਂ ਇਹਨਾਂ ਨੂੰ ਖਤਰਾ ਆਪਣੀ ਕੰਟਰੀ ਜਾਣ ਦਾ। ਇਨ ਅਦਰ ਵਰਡਸ ਮੈਂ ਕਹਾਂ ਵੀ ਕੇਸ ਸੱਚਾ, ਵੀ ਜਿਹਨਾਂ ਨੂੰ ਬਾਕੀ ਪ੍ਰੋਬਲਮ ਹੈਗੀ ਆ ਤੇ ਇਹਨਾਂ ਨੂੰ ਅਸਾਈਲਮ ਦਾ ਬਣਦਾ ਕੇਸ, ਤਾਂ ਉਹ ਆ ਕੇ ਕਰ ਸਕਦੇ ਆ। ਉਹਦੇ ਵਾਸਤੇ ਚਾਹੇ ਕੈਨੇਡਾ ਦਾ ਬਾਰਡਰ ਤੋਂ ਆਇਆ, ਚਾਹੇ ਮੈਕਸੀਕੋ ਦੇ ਬਾਰਡਰ ਤੋਂ ਆਇਆ, ਡਜ਼ਨਟ ਮੈਟਰ। ਚਾਹੇ ਕੋਈ ਵਿਜ਼ਟਰ ਵੀਜ਼ੇ ਤੇ ਆਇਆ ਉਹ ਵੀ ਕਰ ਸਕਦਾ, ਕੋਈ ਸਟੂਡੈਂਟ ਵੀਜ਼ੇ ਤੇ ਆਇਆ ਉਹ ਵੀ ਕਰ ਸਕਦਾ, ਕੋਈ H1 ਤੇ ਆਇਆ ਉਹ ਵੀ ਕਰ ਸਕਦਾ, ਜਿਹੜਾ ਉੱਦਾਂ ਹੀ ਬਾਰਡਰ ਲੰਘ ਕੇ ਆ ਗਿਆ, ਫੜਿਆ ਨਹੀਂ ਗਿਆ ਉਹ ਵੀ ਕਰ ਸਕਦਾ, ਜਿਹੜਾ ਫੜਿਆ ਗਿਆ ਉਹ ਵੀ ਕਰ ਸਕਦਾ। ਪਰ ਗੱਲ ਇਹ ਆ ਕਿ ਜਿਹੜੇ ਅਸਾਈਲਮ ਦੇ ਗਰਾਊਂਡ ਨੇ ਜਾਂ ਅਸਾਈਲਮ ਦੇ ਜਿਹੜੀਆਂ ਮੇਨ ਗੱਲਾਂ ਉਹਦੇ 'ਚ ਪੂਰੀਆਂ ਹੋਣੀਆਂ ਚਾਹੀਦੀਆਂ। ਜੀ। ਅਗਲਾ ਸਵਾਲ ਸਾਡੇ ਦਰਸ਼ਕ ਪੁੱਛਦੇ ਕਿ ਜਿਹੜਾ ਸਾਡੇ ਪਟੀਸ਼ਨਰ ਆ, ਜਿਨ੍ਹਾਂ ਨੇ ਸਾਡਾ ਪਟੀਸ਼ਨ ਕੀਤੀ ਹੋਈ ਆ, ਉਹਨਾਂ ਨੇ 2 ਸਾਲਾਂ ਲਈ ਮੈਡੀਕਲ ਫੈਸਿਲਿਟੀਜ਼ ਲਈਆਂ ਸੀ, ਕੀ ਕੋਈ ਪ੍ਰੋਬਲਮ ਤਾਂ ਨਹੀਂ ਆਊ ਸਾਨੂੰ? ਆ ਸਕਦਾ ਨਹੀਂ, ਹੁਣ ਤਾਂ ਨਹੀਂ ਆਉਂਦੀ ਜੇ ਬੰਦ ਕਰ ਦੇਣ, ਪਰ ਇਹਨਾਂ ਨੇ ਜਿਹੜਾ ਪਬਲਿਕ ਚਾਰਜ ਰੂਲ ਉਹਦੇ ਮੁਤਾਬਕ ਜੇ ਤੁਸੀਂ ਲੌਂਗ ਟਰਮ ਮੈਡੀਕਲ ਕੇਅਰ ਲੈਂਦੇ ਆ, ਜਾਂ ਤੁਸੀਂ ਗੌਰਮੈਂਟ ਤੋਂ ਪੈਸੇ ਲਵਾਉਂਦੇ SSI ਜਿਵੇਂ ਹੁੰਦੀ ਆ, ਕਈ ਲੋਕੀ ਲਵਾ ਲੈਂਦੇ ਆ ਵੀ ਸਾਨੂੰ ਖਰਚਾ ਨਹੀਂ ਹੈਗਾ, ਫਲਾਣਾ ਨਹੀਂ, ਉਹਨਾਂ ਨੂੰ ਪ੍ਰੋਬਲਮ ਆ ਸਕਦੀ ਹੈ। ਜੀ। ਅਗਲਾ ਸਵਾਲ ਹੈ ਜੀ, ਸਾਡੇ ਉਹ ਕਹਿੰਦੇ ਵੀ ਮਾਸਟਰ ਹੀਅਰਿੰਗ ਜਿਹੜੀ ਆ ਨਵੰਬਰ 'ਚ ਹੈਗੀ ਆ, ਤੇ ਫਾਈਨਲ ਡੇਟ ਉਸ ਤੋਂ ਬਾਅਦ ਕਿੰਨਾ ਟਾਈਮ ਲੱਗਦਾ? ਇਹ ਜੱਜਾਂ 'ਤੇ ਡਿਪੈਂਡ ਕਰਦਾ। ਕਈ ਜੱਜ ਤਾਂ 1.5 ਸਾਲ ਦੀ ਦੇ ਰਹੇ ਆ, ਕਿ 6 ਮਹੀਨੇ ਦੀ ਵੀ ਦੇ ਰਹੇ ਆ, ਡਿਪੈਂਡ ਆ ਵੀ ਉਹਦਾ ਕੀ ਕੇਸ ਲੋਡ ਆ ਜੱਜ ਦਾ। ਅਗਲਾ ਸਵਾਲ ਹੈ ਜੀ, ਕਹਿੰਦੇ ਮੇਰੇ ਕੋਲ ਗ੍ਰੀਨ ਕਾਰਡ ਹੈ, ਕੀ ਮੈਂ ਆਪਣੀ ਵਾਈਫ ਨੂੰ ਅਪਲਾਈ ਕਰ ਸਕਦਾ ਇੰਡੀਆ ਤੋਂ? ਕਰ ਸਕਦੇ ਆ, ਹਾਂ। ਗ੍ਰੀਨ ਕਾਰਡ ਹੋਲਡਰ ਦਾ ਕਰੰਟ ਆ, ਪਰ ਕਰੰਟ ਦਾ ਮਤਲਬ ਇਹ ਨਹੀਂ ਆ ਵੀ ਵਾਈਫ 6 ਮਹੀਨੇ 'ਚ ਆ ਜਾਊਗੀ। ਇਹਨੂੰ ਘੱਟੋ ਘੱਟ 1.5-2 ਸਾਲ ਦਾ ਟਾਈਮ ਲੱਗੂ, 2 ਸਾਲ ਤੋਂ ਵੱਧ ਪਰ ਕਰ ਸਕਦੇ ਆ। ਕਹਿੰਦੇ ਜੀ ਅਸੀਂ ਗ੍ਰੀਨ ਕਾਰਡ ਰਿਨਿਊ ਕਰਨ ਲਈ ਭੇਜਿਆ ਸੀ, ਹਾਲੇ ਤੱਕ ਕੋਈ ਰਿਪਲਾਈ ਨਹੀਂ ਆਇਆ। ਕਹਿੰਦੇ ਹਨ ਕਿ ਗ੍ਰੀਨ ਕਾਰਡ ਜਿਹੜਾ ਕੋਈ ਨਵਾਂ ਕੋਈ ਰੂਲ ਆਇਆ ਵੀ ਉਹਦੇ ਨਾਲ 2 ਸਾਲ ਲਈ ਆਟੋ ਵੈਲਿਡ ਹੋ ਜਾਂਦਾ, 2 ਸਾਲ ਲਈ। ਨਹੀਂ, ਆਪਣੇ ਆਪ ਤਾਂ ਨਹੀਂ ਹੁੰਦਾ ਵੈਲਿਡ। ਉਹ ਜਦੋਂ ਪਹਿਲਾਂ ਲੈਟਰ ਆਉਂਦਾ ਉਹ 'ਚ ਐਕਸਟੈਂਸ਼ਨ ਹੁੰਦੀ ਆ, ਉਸ ਤੋਂ ਬਾਅਦ ਕੀ ਕਰਦੇ ਆ ਇਹ, ਜੋ ਜਾ ਕੇ ਤੁਸੀਂ ਸਟੈਂਪ ਲਵਾ ਸਕਦੇ ਹੋ ਇਮੀਗ੍ਰੇਸ਼ਨ ਤੋਂ। ਸਟੈਂਪ ਲਾਉਣੀ ਜ਼ਰੂਰੀ ਹੈ ਜੇ ਟਰੈਵਲ ਕਰਨਾ। ਠੀਕ ਹੈ। ਜੇ ਟਰੈਵਲ ਨਹੀਂ ਕਰਨਾ ਫਿਰ ਉਹਦੀ ਏਡੀ ਲੋੜ ਵੀ ਨਹੀਂ, ਪਰ ਅੱਜ ਕੱਲ੍ਹ 1.5 ਤੋਂ 2 ਸਾਲ ਲੱਗ ਰਹੇ ਗ੍ਰੀਨ ਕਾਰਡ ਹੋਣ ਲਈ। ਅਗਲਾ ਸਵਾਲ ਸਾਡੇ ਦਰਸ਼ਕ ਪੁੱਛਦੇ ਜੀ ਕਿ B1 B2 ਵੀਜ਼ੇ ਤੇ ਉਹ ਆਏ ਆ, ਕੀ ਉਹ ਅਸਾਈਲਮ ਅਪਲਾਈ ਕਰ ਸਕਦੇ ਆ ਅਸਾਈਲਮ? ਜੇ ਅਸਾਈਲਮ ਦੇ 5 ਗਰਾਊਂਡਾਂ 'ਚ ਉਹਨਾਂ ਦਾ ਕੇਸ ਆਉਂਦਾ, ਉਹਨਾਂ ਨੂੰ ਜਿਹੜੀ ਪਹਿਲਾਂ ਪਰਸੀਕਿਊਸ਼ਨ ਆਪਣੀ ਕੰਟਰੀ ਦੇ ਵਿੱਚ ਤੰਗੀ ਆਈ ਆ, ਕੁੱਟਮਾਰ ਹੋਈ ਆ, ਜੋ ਵੀ ਗਾਂ ਵੀ ਉੱਥੇ ਜਾ ਕੇ ਪ੍ਰੋਬਲਮ ਆ, ਜੇ ਉਹਨਾਂ ਦੇ ਵਿੱਚ ਆਉਂਦਾ ਤਾਂ ਕਰ ਸਕਦੇ ਆ। ਜੀ। ਅਗਲਾ ਸਵਾਲ ਹੈ ਜੀ, U ਵੀਜ਼ਾ ਕਹਿੰਦੇ ਵੀ ਕੀ ਹੁੰਦਾ? U ਵੀਜ਼ਾ ਇਹ ਹੁੰਦਾ ਵੀ ਜੇ ਤੁਹਾਨੂੰ ਕੋਈ ਤੁਹਾਡੇ ਖਿਲਾਫ ਅੱਜ ਕਰੋ ਕੋਈ ਤੁਸੀਂ ਕਿਸੇ ਵਾਇਲੈਂਸ ਅਟੈਕ ਦੇ ਵਿੱਚ ਆਏ ਆ, ਰੇਸਿਸਟ ਵਾਇਲੈਂਸ ਹੋਈ ਆ, ਜਾਂ ਉੱਦਾਂ ਤੁਹਾਡੀ ਕੁੱਟਮਾਰ ਕਿਸੇ ਨੇ ਕੀਤੀ ਆ, ਤੁਹਾਨੂੰ ਸੱਟਾਂ ਲੱਗੀਆਂ ਨੇ, ਜਾਂ ਇਵਨ ਕੋਈ ਰੋਬਰੀ ਅਟੈਂਪਟ ਆ ਜਿਹਦੇ ਵਿੱਚ ਵੀ ਤੁਹਾਡੀ ਕੁੱਟਮਾਰ ਜਾਂ ਸੱਟ ਲੱਗੀ, ਉਹ ਤੁਸੀਂ ਅਪਲਾਈ ਕਰ ਸਕਦੇ ਹੋ, ਤੁਹਾਨੂੰ ਉੱਤੇ ਗ੍ਰੀਨ ਕਾਰਡ ਮਿਲ ਜਾਂਦਾ ਜੇ ਅਪਰੂਵ ਹੋ ਜਾਵੇ। ਜੀ। ਅਗਲਾ ਸਵਾਲ ਹੈ ਜੀ, ਇਹ ਕੋਈ ਓਵਰ ਏਜ ਹੈਗੇ, ਜਿਸ ਤਰ੍ਹਾਂ ਉਹ ਕਹਿੰਦੇ ਸਾਨੂੰ ਇੰਗਲਿਸ਼ ਇੱਥੇ ਨਹੀਂ ਹੁੰਦੀ, ਸਿਟੀਜ਼ਨਸ਼ਿਪ ਅਸੀਂ ਇੱਥੇ ਅਪਲਾਈ ਕਰਨੀ ਹੈ, ਤੇ ਕਿਸ ਤਰੀਕੇ ਨਾਲ ਸਾਨੂੰ ਛੋਟ ਮਿਲ ਸਕਦੀ ਹੈ? ਉਹਦੇ ਵਾਸਤੇ ਰੰਧਾਵਾ ਸਾਹਿਬ ਇਹ ਆ ਵੀ ਲੀਗਲ ਪ੍ਰੋਸੀਜਰ ਆ ਵੀ ਜੇ ਡਾਕਟਰ ਕੋਲ ਲਿਖ ਕੇ ਦੇਵੇ ਇਹਨਾਂ ਦਾ ਵੀ ਇੰਗਲਿਸ਼ ਨਹੀਂ ਸਿੱਖ ਸਕਦੇ ਇਹ, ਤੇ ਉਹ 'ਚ N648 ਫਾਰਮ ਹੁੰਦਾ ਇਮੀਗ੍ਰੇਸ਼ਨ ਦਾ, ਉਹ ਡਾਕਟਰ ਭਰੇ, ਉਹ ਲਿਖ ਕੇ ਦੇਵੇ ਵੀ ਇਸ ਉਮਰ ਦੇ ਵਿੱਚ ਇੰਗਲਿਸ਼ ਸਿੱਖਣੀ ਔਖੀ, ਇਹਨਾਂ ਨੂੰ ਆਹ ਮੈਡੀਕਲ ਪ੍ਰੋਬਲਮਸ ਨੇ, ਤਾਂ ਇਹਨਾਂ ਨੂੰ ਫਿਰ ਟੈਸਟ ਤੋਂ ਛੋਟ ਮਿਲ ਜਾਂਦੀ, ਉਹ 'ਚ ਕਰ ਸਕਦੇ। ਜੀ। ਇਹਦੀ ਏਜ ਲਿਮਿਟ ਕਿੰਨੀ ਹੁੰਦੀ ਹੈ? ਕੋਈ ਏਜ ਲਿਮਿਟ ਨਹੀਂ ਹੈਗੀ, ਤਾਂ ਕਿਸੇ ਏਜ ਦਾ ਵੀ ਕਰ ਸਕਦਾ, ਪਰ ਆਮ ਤੌਰ 'ਤੇ ਡਾਕਟਰ ਜਿਹੜੇ ਛੋਟੀ ਉਮਰ ਦੇ ਬੰਦੇ ਉਹਨਾਂ ਨੂੰ ਨਹੀਂ ਦਿੰਦੇ, ਕਿਉਂਕਿ ਉਹਨੂੰ ਜਸਟੀਫਾਈ ਕਰਨਾ ਪੈਂਦਾ। ਜਿਹੜੇ ਓਲਡ ਉਮਰ ਵਾਲੇ ਬੰਦੇ ਜਿਹੜੇ 65-70 ਸਾਲ ਤੋਂ ਜ਼ਿਆਦਾ, ਉਹਨਾਂ ਦੀ ਏਜ ਕਰਕੇ ਉਹਨਾਂ ਦੀ ਨਹੀਂ ਐਬਿਲਿਟੀ ਰਹਿੰਦੀ, ਵੀ ਉਹਨਾਂ ਨੂੰ ਯਾਦ ਨਹੀਂ ਰਹਿੰਦੀ ਚੀਜ਼, ਜਾਂ ਉਹਨਾਂ ਨੂੰ ਬਿਮਾਰੀਆਂ ਹੁੰਦੀਆਂ ਨੇ, ਕਈਆਂ ਨੂੰ ਬਲੱਡ ਪ੍ਰੈਸ਼ਰ ਆ, ਸ਼ੂਗਰ ਆ, ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ, ਉਹ ਫਿਰ ਨਵੀਂ ਲੈਂਗੁਏਜ ਨਹੀਂ ਸਿੱਖ ਸਕਦੇ। ਜ਼ਿਆਦਾ ਜਿਹੜੇ ਓਲਡ ਏਜ ਦੇ ਬੰਦੇ ਉਹਨਾਂ ਨੂੰ ਇਹ ਲੈਟਰ ਡਾਕਟਰ ਦੇ ਦਿੰਦੇ। ਜੀ, ਬਹੁਤ ਅੱਛਾ। ਜਸਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜੀ ਵਧੀਆ ਜਾਣਕਾਰੀ ਅੱਜ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਆ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਇਸ ਤੋਂ ਭਰਪੂਰ ਜਾਣਕਾਰੀ ਮਿਲੀ ਹੋਵੇਗੀ। ਤੁਸੀਂ ਵੀ ਕੋਈ ਜੇ ਇਮੀਗ੍ਰੇਸ਼ਨ ਸੰਬੰਧੀ ਕਿਸੇ ਤਰੀਕੇ ਦਾ ਸਵਾਲ ਪੁੱਛਣਾ ਚਾਹੁੰਦੇ ਹੋ, ਤੇ ਉਹ ਜ਼ਰੂਰ ਸਾਡੇ YouTube ਚੈਨਲ ਤੇ ਤੁਸੀਂ ਲਿਖ ਕੇ ਭੇਜ ਸਕਦੇ ਹੋ। ਅਗਲੇ ਪ੍ਰੋਗਰਾਮ ਵਿੱਚ ਅਸੀਂ ਜ਼ਰੂਰ ਉਹਨਾਂ ਸਵਾਲਾਂ ਦਾ ਜਵਾਬ ਲੈ ਕੇ ਤੁਹਾਡੇ ਤੱਕ ਪੇਸ਼ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।